ਸਤਿ ਸ਼੍ਰੀ ਅਕਾਲ ਮੇਰੇ ਸਾਰੇ ਦੋਸਤੋ, ਕੀ ਹਾਲ ਨੇ ਜੀ। ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ। ਅਤੇ ਐਸਐਸਸੀ ਵਾਲੇ ਜੀਡੀ ਬੱਚਿਆਂ ਦਾ ਭਾਈ ਬੈਚ ਲਿਆਂਦਾ ਆਪਾਂ, ਠੀਕ ਹੈ। ਹੁਣ ਜਿਹੜੇ ਲੈਕਚਰ ਪਹਿਲਾਂ ਲੱਗੇ ਵਾ ਤੁਸੀਂ ਲਾਉਣੇ ਆ। ਹੁਣ ਆਪਾਂ ਲੜੀ ਚਲਾਤੀ ਭਾਈ ਐਸਐਸਸੀ ਜਿਹੜੀ MCQ, ਠੀਕ ਹੈ। ਇਹ ਆਪਾਂ ਮਤਲਬ ਤੁਹਾਨੂੰ 1500 MCQ ਕਰਵਾਉਣਾਗਾ ਮੈਂ, 1500, ਠੀਕ ਹੈ। ਇਹਦੇ ਵਿੱਚ ਮਤਲਬ ਇਹ ਰਿਹਾਂਤ ਦੀ ਬੁੱਕ ਹੋ ਗਈ ਆਪਣੀ, ਪਲੱਸ ਲੂਸੈਂਟ ਹੋ ਗਈ, ਪਲੱਸ ਕਿਰਨ MCQ ਵਾਲੀ, ਸਪੀਡੀ। ਇਹ ਸਾਰੀਆਂ ਬੁੱਕਸ ਦੇ ਵਿੱਚੋਂ ਜਿਹੜੇ ਪੋਜੀਸ਼ਨ ਇੰਪੋਰਟੈਂਟ ਆ ਉਹੀ ਕੱਢ ਕੇ ਲਿਆਂਦੇ ਵੇ ਆ, ਠੀਕ ਹੈ। ਕੋਈ ਵੀ ਫੇਕ ਚੀਜ਼ ਨਹੀਂ ਹੈਗੀ। ਦੂਸਰੀ ਗੱਲ, ਜਿਹੜਾ SSC ਦਾ ਪੇਪਰ ਹੁੰਦਾ ਬੱਚੋ, ਇਹ ਹੁੰਦਾ ਮਤਲਬ ਇੰਡੀਆ ਲੈਵਲ 'ਤੇ। ਕਾਹਦੇ ਲੈਵਲ 'ਤੇ ਹੁੰਦਾ ਇਹ? ਇੰਡੀਆ ਲੈਵਲ 'ਤੇ ਹੁੰਦਾ। ਕਹਿਣ ਦਾ ਮਤਲਬ ਕਿ ਤੁਸੀਂ ਐਂ ਸਮਝ ਲਓ ਕਿ ਜਿਵੇਂ ਪੰਜਾਬ ਦਾ ਪੇਪਰ ਦਾ ਲੈਵਲ ਹੁੰਦਾ ਗਾ, ਅਤੇ ਪੰਜਾਬ ਦੇ ਲੈਵਲ ਦਾ 1 ਲੈਵਲ ਹੈ, ਤਾਂ ਇਹਦਾ ਲੈਵਲ 2 ਹੋਊਗਾ। ਇਹ ਤੋਂ ਮਤਲਬ ਕਹਿੰਦਾ ਉਹਦਾ ਦੁੱਗਣਾ, ਇਹ ਤੋਂ ਟਫ ਹੋਊਗਾ ਪੇਪਰ, ਠੀਕ ਹੈ। ਦੂਸਰੀ ਗੱਲ, ਇਹਦੇ ਵਿੱਚ ਜਿਹੜੇ ਹੁੰਦੇ ਟਰਾਇਲ ਔਖੇ ਕਰਕੇ ਮਤਲਬ ਜਨਤਾ ਬਹੁਤ ਚੜ੍ਹ ਜਾਂਦੀ ਹੈ। ਅਤੇ ਇੱਕ ਗੱਲ ਹੋਰ, ਇੱਕ ਇੰਪੋਰਟੈਂਟ ਫੈਕਟ ਵਾਲੀ ਵੀਡੀਓ ਬਣਾਈ ਹੋਈ ਹੈ ਭਾਈ ਮੈਂ, ਇੰਪੋਰਟੈਂਟ ਫੈਕਟ ਵਾਲੀ, ਉਹ ਵੀ ਤੁਸੀਂ ਕਰ ਲਿਆ ਕਰੋ। ਐਂ ਨਾ ਕਿਹਾ ਕਰੋ ਕਿ SSC ਦਾ ਲੈਕਚਰ ਪਾ ਦਿਓ, SSC ਦਾ ਪਾ ਦਿਓ। ਬੱਚੋ ਲੈਕਚਰ ਤਾਂ ਮੈਂ ਪਾਊਂਗਾ, ਸਾਰੇ ਲੈਕਚਰ ਤੁਹਾਨੂੰ ਦੱਸੇ ਕਿ ਸੇਮ ਹੈਗੇ, ਠੀਕ ਹੈ। ਐਂਡ 'ਤੇ ਤੁਹਾਨੂੰ ਦੱਸੂਗਾ ਮੈਂ ਕਿਹੜੇ ਤੁਸੀਂ ਕਰਨੇ ਇੰਪੋਰਟੈਂਟ ਫੈਕਟ ਵਾਲੇ ਦੇ ਵਿੱਚੋਂ। ਦੇਖੋ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰ ਦਿਓ ਭਾਈ, ਸ਼ੇਅਰ ਕਰ ਦਿਓ, ਆਪਣਾ ਜਿਹੜਾ ਸਬਸਕ੍ਰਾਈਬ ਕਰ ਦਿਓ ਪੂਰੇ ਧਿਆਨ ਨਾਲ, ਅਤੇ ਹੌਲੀ ਲੈਕਚਰ ਆਉਣਾ, ਕੋਈ ਆਪਾਂ ਜਲਦਬਾਜ਼ੀ ਨਹੀਂ ਕਰਨੀ, ਠੀਕ ਹੈ ਜੀ। 30 MCQ ਕਰਵਾਊਂਗਾ। ਦੇਖੋ, ਗੰਗਾ ਕੈਨਲ ਇਜ਼ ਮੇਜਰਲੀ ਯੂਜ਼ਡ ਟੂ ਕਲਟੀਵੇਸ਼ਨ ਆਫ ਵਿਚ ਸਟੇਟ। ਕਲਟੀਵੇਸ਼ਨ ਦਾ ਮਤਲਬ ਹੁੰਦਾ ਸਿੰਜਾਈ ਕਰਨਾ। ਜਿਹੜੇ ਕਹਿੰਦੀ ਆਪਣੀ ਗੰਗਾ ਕੈਨਲ ਬਣੇ ਹੁੰਦਾ ਨਹਿਰ, ਜਿਹੜੀ ਗੰਗਾ ਨਦੀ ਹੈ ਆਪਣੀ, ਜਾਂ ਨਦੀ ਕਹਿ ਲਓ, ਜਿਹੜੀ ਗੰਗਾ ਕੈਨਲ ਹੈ ਨਹਿਰ, ਮੇਜਰਲੀ ਯੂਜ਼ਡ ਕਲਟੀਵੇਸ਼ਨ ਆਫ ਵਿਚ, ਕਿਹੜੀ ਸਟੇਟ ਆ ਉਹ ਜਿਹੜੀ ਕਿ ਕਲਟੀਵੇਸ਼ਨ ਦਾ ਮਤਲਬ ਸਭ ਤੋਂ ਵੱਧ ਸਿੰਜਾਈ ਕਰਦੀ ਹੈ ਗੰਗਾ ਨਦੀ ਤੋਂ, ਠੀਕ ਹੈ। ਦੱਸੋ ਭਾਈ ਕਿਹੜੀ ਵੱਧ ਕਰਦੀ ਹੈ? ਵੈਸਟ ਬੰਗਾਲ ਕਰਦਾ ਹੈ, ਯੂਪੀ ਕਰਦਾ, ਮੱਧ ਪ੍ਰਦੇਸ਼ ਕਰਦਾ, ਕਿ ਰਾਜਸਥਾਨ ਕਰਦਾ? ਕਹਿਣ ਦਾ ਮਤਲਬ ਕਿ ਕਿਹੜੀ ਸਟੇਟ ਆ ਉਹ ਜਿਹੜੀ ਗੰਗਾ ਨਦੀ ਤੋਂ ਸਭ ਤੋਂ ਵੱਧ ਸਿੰਜਾਈ ਕਰਦੀ ਹੈ, ਕਿ ਸਭ ਤੋਂ ਵੱਧ ਪਾਣੀ ਯੂਜ਼ ਕਰਦੀ ਹੈ ਗੰਗਾ ਨਦੀ ਦਾ ਦੂਸਰੀਆਂ ਸਟੇਟਾਂ ਦੇ ਮੁਕਾਬਲੇ। ਤਾਂ ਜਿਹੜੇ ਬੱਚਿਆਂ ਨੇ ਇਹਦਾ ਆਨਸਰ ਭਾਈ ਲਾਇਆ D ਨੰਬਰ ਆਪਸ਼ਨ, ਉਹਨਾਂ ਦਾ ਸਵਾਲ ਬਿਲਕੁਲ ਸਹੀ ਹੈ, ਠੀਕ ਹੈ ਜੀ। ਇਹ ਗੱਲ ਯਾਦ ਰੱਖਣੀ ਹੈ। ਦੇਖੋ ਬੱਚੋ, ਠੀਕ ਹੈ ਜੀ, ਇਹਦਾ ਆਨਸਰ ਰਾਜਸਥਾਨ। ਅਤੇ ਇੱਥੇ ਗੰਗਾ ਨਦੀ ਨਹੀਂ ਹੈਗੀ, ਇਹ ਕੱਟ ਕੇ ਸਹੀ ਕਰ ਲਿਓ। ਇੱਥੇ ਗੰਗਾ ਨਹਿਰ ਹੈਗੀ, ਠੀਕ ਹੈ। ਇਹ ਮਤਲਬ ਉਹ ਨਹਿਰ ਨਹੀਂ ਹੈਗੀ, ਗੰਗਾ ਨਦੀ ਨਹੀਂ ਹੈਗੀ ਇਹ, ਠੀਕ ਹੈ ਜੀ। ਇਹ ਮਤਲਬ ਇਹ ਹੋਰ ਹੈਗੀ। ਇਹ ਲੈ ਕੇ ਆਇਆ ਸੀ ਮਹਾਰਾਜਾ ਗੰਗਾ ਸਿੰਘ, ਲੈ ਕੇ ਆਇਆ ਸੀ ਇਹ ਮਹਾਰਾਜਾ ਗੰਗਾ ਸਿੰਘ ਸੀ, ਉਹਨੇ ਬਣਾਈ ਸੀ ਇਹ ਗੰਗਾ ਨਹਿਰ। ਉਹ ਗੰਗਾ ਨਹਿਰ ਉਹ ਲੈ ਕੇ ਆਇਆ ਸੀ, ਠੀਕ ਹੈ ਜੀ। ਰਾਜਸਥਾਨ ਦੇ ਵਿੱਚ ਇਹ ਗੱਲ ਯਾਦ ਰੱਖਣੀ ਹੈ। ਇਸ ਤੋਂ ਬਾਅਦ ਅਗਲਾ ਪ੍ਰਸ਼ਨ, ਸਭ ਤੋਂ ਵੱਡੀ ਲਾਰਜੈਸਟ ਕੈਨਲ ਆਫ ਇੰਡੀਆ। ਸਭ ਤੋਂ ਵੱਡੀ ਨਹਿਰ ਕਿਹੜੀ ਹੈ ਆਪਣੀ ਇੰਡੀਆ ਦੀ? ਸਭ ਤੋਂ ਵੱਡੀ ਨਹਿਰ ਇੰਡੀਆ ਦੀ ਆਪਣੀ ਕਿਹੜੀ ਆ? ਇੰਦਰਾ ਗਾਂਧੀ, ਜਮਨਾ, ਸਰਹੰਦ ਕੀ ਹੀਰਾਕੁੰਡ। ਤਾਂ ਭਾਈ ਇਹ ਪ੍ਰਸ਼ਨ ਬਹੁਤ ਇੰਪੋਰਟੈਂਟ ਹੈ। ਜਿਹਨਾਂ ਨੇ ਪੁੱਛ ਲਿਆ ਕਿ ਸਭ ਤੋਂ ਵੱਡੀ ਲਾਰਜੈਸਟ ਕੈਨਲ ਮੈਨੂੰ ਹੁੰਦਾ ਨਹਿਰ ਕਿਹੜੀ ਇੰਡੀਆ ਦੀ, ਤਾਂ ਉਹ ਹੈਗੀ ਆਪਣੀ ਇੰਦਰਾ ਗਾਂਧੀ, ਠੀਕ ਹੈ ਬੱਚੋ। ਕਿਹੜੀ ਆ ਉਹ? ਇੰਦਰਾ ਗਾਂਧੀ ਨਹਿਰ ਹੈਗੀ। ਕਿੱਥੇ ਹੈ ਇਹ? ਰਾਜਸਥਾਨ ਦੇ ਵਿੱਚ ਹੈ। ਦੂਸਰਾ ਪੁਆਇੰਟ, ਤੀਸਰਾ ਪੁਆਇੰਟ ਹੈ ਕਿਹੜੀ ਨਦੀ ਤੋਂ ਬਣਾਈ ਗਈ ਹੈ? ਇਹ ਬਣਾਈ ਗਈ ਹੈ ਸਤਲੁਜ ਨਦੀ ਤੋਂ, ਠੀਕ ਹੈ। ਇਹ ਗੱਲ ਵੀ ਯਾਦ ਰੱਖਣੀ। 3 ਪ੍ਰਸ਼ਨ ਹੋ ਗਏ। ਇੱਕ ਦਾ ਪ੍ਰਸ਼ਨ ਇਹ ਪੁੱਛਿਆ ਜਾਊਗਾ ਕਿ ਸਭ ਤੋਂ ਵੱਡੀ ਨਦੀ ਕਿਹੜੀ ਹੈ, ਨਹਿਰ ਕਿਹੜੀ ਹੈ? ਇੰਦਰਾ ਗਾਂਧੀ। ਕਿੱਥੇ ਹੈ ਇਹ? ਰਾਜਸਥਾਨ ਦੇ ਵਿੱਚ। ਕਿਤੋਂ ਅਲੱਗ ਹੋ ਕੇ ਬਣੀ ਹੈ? ਸਤਲੁਜ ਤੋਂ, ਓਕੇ ਜੀ। ਤਾਂ 4 ਆਪਸ਼ਨ ਦੇ ਵਿੱਚੋਂ A ਨੰਬਰ ਆਪਸ਼ਨ ਜਿਹੜੇ ਬੱਚੇ ਨੇ ਲਾਇਆ ਉਹਨਾਂ ਦਾ ਆਨਸਰ ਬਿਲਕੁਲ ਸਹੀ ਹੈ। ਬੇਤਵਾ ਰੀਵਰ ਮੀਟਸ ਵਿਦ, ਜਿਹੜੀ ਬੇਤਵਾ ਰੀਵਰ ਹੈ ਬੱਚੋ, ਪੰਜਾਬੀ ਜਮਾਂ ਸੌਖੀ ਹੈਗੀ, ਇੰਗਲਿਸ਼ ਜਿਹੜੀ ਕਰਵਾ ਰਹੇ ਹਾਂ ਜਮਾਂ ਪੰਜਾਬੀ ਨਾਲ ਦੀ ਹੈ। ਜੇ ਕੋਈ ਔਖਾ ਹੋਊਗਾ ਮੈਂ ਤੁਹਾਨੂੰ ਦੱਸ ਦੂੰਗਾ, ਥੋੜ੍ਹੀ ਜਿਹੀ ਐਡਜਸਟਮੈਂਟ ਕਰੋ, ਥੋੜ੍ਹੀ ਜਿਹੀ, ਠੀਕ ਹੈ। ਜੇ ਤੁਹਾਨੂੰ ਸਹੀ ਲੱਗਦਾ ਠੀਕ ਹੈ, ਨਹੀਂ ਵੀ ਪੰਜਾਬੀ 'ਚ ਕਰਵਾ ਦਿਆ ਕਰੋ ਭਾਈ, ਹੋਰ ਕੀ ਹੈ। ਜਿਹੜੀ ਬੇਤਵਾ ਰੀਵਰ ਹੈ ਕਹਿੰਦੇ, ਠੀਕ ਹੈ, ਉਹ ਕਿੱਥੇ ਮਿਲਦੀ ਹੈ? ਬੇਤਵਾ ਰੀਵਰ ਮੀਟਸ ਵਿਦ, ਕਿਸ ਨੂੰ ਮਿਲਦੀ ਹੈ ਬੇਤਵਾ ਰੀਵਰ ਜਾ ਕੇ? ਦੱਸੋ ਜੀ, ਬੇਤਵਾ ਰੀਵਰ ਕਿਸ ਨੂੰ ਮਿਲਦੀ ਹੈ ਜਾ ਕੇ? ਤਾਂ ਇਹ ਮਿਲਦੀ ਹੈ ਕਹਿੰਦੇ ਜਮਨਾ ਨੂੰ, ਗੰਗਾ ਨੂੰ, ਕਾਵੇਰੀ ਨੂੰ, ਕਿ ਜੇਹਲਮ ਨੂੰ। ਤਾਂ ਜਿਹੜੇ ਬੱਚੇ ਨੇ ਇਹਦਾ ਆਨਸਰ ਜਮਨਾ ਲਾਇਆ, ਠੀਕ ਹੈ, ਉਹਨਾਂ ਦਾ ਆਨਸਰ ਬਿਲਕੁਲ ਸਹੀ ਹੈ। ਜਿਹੜੀ ਬੇਤਵਾ ਰੀਵਰ ਆ ਉਹ ਕਿਹੜੀ ਨਦੀ ਦੇ ਵਿੱਚ ਜਾ ਕੇ ਮਿਲਦੀ ਆ? ਉਹ ਮਿਲਦੀ ਹੈ ਆਪਣੀ ਜਮਨਾ ਦੇ ਵਿੱਚ। ਇਹ ਗੱਲ ਯਾਦ ਰੱਖਣੀ ਹੈ। ਹਾਂ, ਇਹ ਹੈ ਕਿੱਥੇ? ਇਹ ਹੈਗੇ ਯੂਪੀ ਦੇ ਵਿੱਚ। ਇਹ ਪ੍ਰਸ਼ਨ ਵੀ ਆ ਸਕਦਾ ਕਿ ਬੇਤਵਾ ਰੀਵਰ ਕਿੱਥੇ ਹੈ? ਯੂਪੀ ਦੇ ਵਿੱਚ ਹੈ। ਬਹੁਤ ਇੰਪੋਰਟੈਂਟ ਪ੍ਰਸ਼ਨ ਆ ਭਾਈ ਆ ਵੀ। ਕਹਿੰਦੇ ਸੁੰਦਾ ਟ੍ਰੈਂਚ ਡੀਪੈਸਟ ਪੁਆਇੰਟ ਵਿੱਚ ਓਸ਼ਨ ਮੈਨੂੰ ਹੁੰਦਾ ਮਹਾਸਾਗਰ। ਕਹਿੰਦੇ ਕਿਹੜਾ ਸਾਗਰ ਹੈਗਾ ਜਿਹਦੇ ਵਿੱਚ ਸੁੰਦਾ ਟ੍ਰੈਂਚ ਨਾਂ ਦਾ ਸਭ ਤੋਂ ਡੂੰਘਾ ਪੁਆਇੰਟ ਹੈ? ਕਿ ਮਤਲਬ ਆਹ ਕੋਈ ਮਹਾਸਾਗਰ ਹੈ, ਓਸ਼ਨ ਹੈ ਕੋਈ ਆਹ, ਠੀਕ ਹੈ। ਇਹਦੇ ਵਿੱਚ ਸਭ ਤੋਂ ਡੂੰਘਾ ਹੈਗਾ ਇੱਕ ਪੁਆਇੰਟ ਹੈਗਾ, ਸਭ ਤੋਂ ਡੂੰਘਾ ਜਗ੍ਹਾ
ਇਹ ਡੂੰਘੇ ਜਗ੍ਹਾ ਦਾ ਨਾਂ ਕੀ ਹੈਗਾ? ਸੁਣਦਾ ਟ੍ਰੈਂਚ। ਤਾਂ ਕਹਿੰਦੇ ਇਹ ਕਿਹੜੇ ਓਸ਼ਨ ਦੇ ਵਿੱਚ ਹੈ? ਇੰਡੀਅਨ ਓਸ਼ਨ ਦੇ ਵਿੱਚ ਹੈ, ਆਰਟਿਕ ਦੇ ਵਿੱਚ ਹੈ, ਪੈਸੀਫਿਕ ਦੇ ਵਿੱਚ ਹੈ, ਤਾਂ ਆਰਕਟਿਕ ਦੇ ਵਿੱਚ ਹੈ। ਤਾਂ ਭਾਈ ਇਹ ਹੈਗਾ ਇੰਡੀਅਨ ਓਸ਼ਨ ਦੇ ਵਿੱਚ ਹੈ। ਸੁਣਦਾ ਟ੍ਰੈਂਚ ਨਾਂ ਦਾ ਸਭ ਤੋਂ ਡੂੰਘਾ ਹਿੱਸਾ ਕਿਹੜੇ ਓਸ਼ਨ ਦੇ ਵਿੱਚ ਹੈ? ਇਹ ਹੈਗਾ ਇੰਡੀਅਨ ਓਸ਼ਨ ਦੇ ਵਿੱਚ। ਠੀਕ ਹੈ ਜੀ। ਇਹ ਜਿਹੇ ਪ੍ਰਸ਼ਨ ਪੁੱਛੇ ਜਾਂਦੇ ਹੁੰਦੇ ਪੁੱਤਰੋ SSC ਦੇ ਵਿੱਚ। ਇਹ ਜ਼ਿਆਦਾਤਰ ਨਾ ਸਟੈਟਿਕ GK ਜ਼ਿਆਦਾ ਪਾਉਂਦੇ, MCQ ਵੀ ਤੁਹਾਨੂੰ ਕਰਵਾਊਂਗਾ, ਕਰੰਟ ਅਫੇਅਰ ਵੀ ਕਰਵਾਊਂਗਾ ਮੈਂ। ਠੀਕ ਹੈ। ਇਸ ਤੋਂ ਬਾਅਦ ਬਾਂਦੀਪੁਰ ਰਿਜ਼ਰਵ ਇਜ਼ ਫੇਮਸ ਫੋਰ। ਜਿਹੜੀ ਬਾਂਦੀਪੁਰ ਰਿਜ਼ਰਵ ਹੈਗੀ ਇਹ ਕਾਹਦੇ ਵਾਸਤੇ ਫੇਮਸ ਆਪਣੀ? ਤਾਂ ਇਹ ਭਾਈ ਫੇਮਸ ਹੈਗੀ ਹੈ ਟਾਈਗਰ ਵਾਸਤੇ, ਲਵਾਇਨ ਵਾਸਤੇ, ਐਲੀਫੈਂਟ ਵਾਸਤੇ, ਵਨ ਰੈਨੋ ਵਾਸਤੇ। ਤਾਂ ਭਾਈ ਦੇਖੋ ਜਿਹੜੀ ਬਾਂਦੀਪੁਰ ਹੈ ਰਿਜ਼ਰਵ ਹੈ ਇਹ ਮਸ਼ਹੂਰ ਹੈਗੀ ਆਪਣੀ ਟਾਈਗਰ ਵਾਸਤੇ। ਠੀਕ ਹੈ ਜੀ, ਟਾਈਗਰ ਵਾਸਤੇ ਮਸ਼ਹੂਰ ਹੈ, ਇਹ ਗੱਲ ਯਾਦ ਰੱਖਣੀ ਹੈ। ਅਤੇ ਬਾਂਦੀਪੁਰ ਹੈ ਕਿੱਥੇ? ਇਹ ਹੈਗੀ ਆਪਣੇ ਕਰਨਾਟਕ ਦੇ ਵਿੱਚ। ਠੀਕ ਹੈ, ਇਹ ਕਿੱਥੇ? ਆਪਣੀ ਕਰਨਾਟਕ ਦੇ ਵਿੱਚ ਹੈ। ਕਿਹੜੀ? ਬਾਂਦੀਪੁਰ ਰਿਜ਼ਰਵ। ਇਹ 'ਚ ਕੀ ਰੱਖੇ ਜਾਂਦੇ ਆ? ਟਾਈਗਰ ਰੱਖੇ ਜਾਂਦੇ ਆ। ਇੱਕ ਪ੍ਰਸ਼ਨ ਹੋਰ ਬਹੁਤ ਪੁੱਛਿਆ ਜਾਂਦਾ ਕਿ ਵਨ ਹੌਰਨ ਰੈਨੋ, ਇੱਕ ਸਿੰਗ ਵਾਲਾ ਘੋੜਾ, ਇੱਕ ਸਿੰਗ ਵਾਲਾ ਗੈਂਡਾ ਜਿਹਾ ਹੁੰਦਾ ਗਾ, ਉਹ ਇੱਕ ਸਿੰਗ ਹੁੰਦਾ ਉਹਦੇ ਨੱਕ ਜੇ 'ਤੇ। ਕਹਿੰਦੇ ਉਹ ਕਿੱਥੇ ਪਾਇਆ ਜਾਂਦਾ ਜ਼ਿਆਦਾ? ਕਾਹਦੇ ਵਾਸਤੇ ਉਹ ਪਾਇਆ ਜਾਂਦਾ? ਕਾਜ਼ੀਰੰਗਾ ਦੇ ਵਿੱਚ। ਕਾਜ਼ੀਰੰਗਾ ਕਿੱਥੇ ਹੈ? ਅਸਾਮ ਦੇ ਵਿੱਚ। ਠੀਕ ਹੈ, ਕਾਜ਼ੀਰੰਗਾ ਅਸਾਮ ਦੇ ਵਿੱਚ ਕਿਹੜਾ ਪਾਇਆ ਜਾਂਦਾ? ਵਨ ਹੌਰਨ ਰਾਈਨੋ ਪਾਇਆ ਜਾਂਦਾ ਹੈਗਾ। ਤਾਂ ਇਹਦਾ ਆਨਸਰ ਹੈਗਾ A ਨੰਬਰ ਆਪਸ਼ਨ ਟਾਈਗਰ। ਵਿੱਚ ਜੀ ਫੋਲੋਇੰਗ ਦਾ ਕੰਟੇਨ ਮੈਕਸੀਮਮ ਸਟੋਰੇਜ, ਇਹਨਾਂ ਦੇ ਵਿੱਚ ਸਭ ਤੋਂ ਜ਼ਿਆਦਾ ਕਹਿੰਦੇ ਮੈਮਰੀ ਕਿਹੜੀ ਚੀਜ਼ ਦੀ ਹੁੰਦੀ ਹੈ? DVD ਦੀ ਹੁੰਦੀ ਹੈ, HBD ਦੀ ਹੁੰਦੀ ਹੈ, CD ਦੀ ਹੁੰਦੀ ਹੈ ਕਿ BRD ਦੀ ਹੁੰਦੀ ਹੈ? ਸਭ ਤੋਂ ਪਹਿਲੇ ਫੁੱਲ ਫਾਰਮ DVD ਦੀ ਹੁੰਦੀ ਹੈ ਡਿਜੀਟਲ ਵਰਸਾਟਾਈਲ ਡਿਸਕ। ਇਹ ਸਾਰੇ ਪ੍ਰਸ਼ਨ ਪੁੱਛ ਲੈਂਦੇ ਹੁੰਦੇ ਇਹਦੇ ਵਿੱਚ। ਇਹਦੀ ਤਾਂ ਹੁੰਦੀ ਹੈ 4 GB। HBD ਇਹਨੂੰ ਕਹਿੰਦੇ ਨੇ ਆਪਾਂ ਹੋਲੋਗ੍ਰਾਫਿਕ ਵੀਡੀਓ ਡਿਸਕ। ਇਹਦੀ ਹੁੰਦੀ ਹੈ 25 TB ਤੱਕ। CD ਦੀ ਹੁੰਦੀ ਹੈ 700 MB। ਬਲੂਰੇ ਡਿਸਕ ਇਹਦੀ 25 GB ਤੱਕ ਹੁੰਦੀ ਹੈ। ਠੀਕ ਹੈ, ਅਤੇ ਇਹਦੇ ਸਭ ਤੋਂ ਵੱਧ ਮੈਮਰੀ ਕਿਹਦੀ ਹੁੰਦੀ ਹੈ? HBD ਦੀ ਹੁੰਦੀ ਹੈ, ਹੋਲੋਗ੍ਰਾਫਿਕ ਵੀਡੀਓ ਡਿਸਕ ਦੀ। ਠੀਕ ਹੈ। ਇਸ ਤੋਂ ਬਾਅਦ ਹੈਗਾ ਫੁੱਲਰ ਲੇਕ। ਕਿਹੜੀ ਲੇਕ? ਐਂ ਵੀ ਲਿਖਿਆ ਸਕਦਾ ਹੈਗਾ ਫੁੱਲਰ ਲੇਕ। ਇਹਨਾਂ ਦੇ ਵਿੱਚੋਂ ਕਿਹੜੀ ਸਟੇਟ ਦੇ ਵਿੱਚ ਹੈ? ਕਹਿੰਦੇ ਮਹਾਰਾਸ਼ਟਰ ਦੇ ਵਿੱਚ ਹੈ, ਅਸਾਮ ਦੇ ਵਿੱਚ ਹੈ, UP ਦੇ ਵਿੱਚ ਹੈ, ਕਰਨਾਟਕਾ ਦੇ ਵਿੱਚ ਹੈ। ਤਾਂ ਭਾਈ ਜਿਹੜੀ ਫੁੱਲਰ ਲੇਕ ਹੈ ਇਹ ਹੈਗੀ ਆਪਣੇ UP ਦੇ ਵਿੱਚ। ਇਹ ਗੱਲ ਯਾਦ ਰੱਖਣੀ। ਕਿੱਥੇ? UP ਦੇ ਵਿੱਚ। ਕਿਹੜੀ ਨਦੀ ਦੇ ਕਿਨਾਰੇ 'ਤੇ ਹੈ ਇਹ? ਗੋਮਤੀ ਨਦੀ ਦੇ ਕਿਨਾਰੇ 'ਤੇ ਹੈ। ਪ੍ਰਸ਼ਨ ਪੁੱਛ ਸਕਦੇ ਆ ਕਿ ਜਿਹੜੀ ਫੁੱਲਰ ਲੇਕ ਆ ਭਾਈ ਇਹ ਕਿਹੜੀ ਨਦੀ 'ਤੇ ਹੈ? ਕਿਹੜੀ ਨਦੀ ਦੇ ਵਿੱਚ ਬਣੀ ਹੋਈ ਹੈ? ਗੋਮਤੀ ਨਦੀ ਦੇ ਨਾਲ ਬਣੀ ਹੋਈ ਹੈ ਫੁੱਲਰ ਲੇਕ। ਠੀਕ ਹੈ, ਅਤੇ ਕਿੱਥੇ ਹੈ ਇਹ? UP ਦੇ ਫਿਲੀਪੀਤ ਦੇ ਵਿੱਚ ਹੈਗੀ। ਪੁੱਛ ਸਕਦਾ ਕਿ ਜਿਹੜੀ ਫੁੱਲਰ ਲੇਕ ਹੈ UP ਦੇ ਕਿਹੜੀ ਸਟੇਟ ਦੇ ਵਿੱਚ ਹੈ? ਤਾਂ ਫਿਲੀਪੀਤ ਦੇ ਵਿੱਚ। ਇਹ ਗੱਲ ਵੀ ਯਾਦ ਰੱਖਣੀ ਹੈ। ਇਸ ਤੋਂ ਬਾਅਦ ਹੂ ਹੈਜ਼ ਦਾ ਫਸਟ ਫੋਰਨ ਮਿਨਿਸਟਰ ਆਫ ਇੰਡੀਆ। ਕਹਿੰਦੇ ਇੰਡੀਆ ਦਾ ਆਪਣਾ ਪਹਿਲਾ ਫੋਰਨ ਮਿਨਿਸਟਰ ਉਹ ਸੀਗੀ ਜਿਹੜੇ ਬਾਹਰਲਾ ਸਟੇਟ, ਬਾਹਰਲੇ ਦੇਸ਼ ਕੰਟਰੀਆਂ ਨਾਲ ਆਪਾਂ ਕੋਈ ਸੰਬੰਧ ਬਣਾ ਕੇ ਰੱਖਣਾ ਗਾ, ਉਹਦੇ ਵਾਸਤੇ ਫੋਰਨ ਮਿਨਿਸਟਰ ਦਾ ਅਹੁਦਾ ਹੁੰਦਾ ਗਾ। ਕਹਿੰਦੇ ਭਾਰਤ ਦਾ ਸਭ ਤੋਂ ਪਹਿਲਾਂ ਕਿਹੜਾ ਬੰਦਾ ਸੀ ਜਿਹਨੇ ਫੋਰਨ ਮਿਨਿਸਟਰ ਦਾ ਅਹੁਦਾ ਸੰਭਾਲਿਆ ਸੀ? ਕਿ ਜਵਾਹਰ ਲਾਲ ਨਹਿਰੂ, ਗੁਲਜ਼ਾਰੀ ਲਾਲ ਨੰਦਾ, JP ਕਿਰਪਾਨੀ ਕਿ ਜੌਨ ਮਥਾਈ। ਤਾਂ ਜਿਹੜੇ ਬੱਚੇ ਨੇ ਇਹਦਾ ਆਨਸਰ ਲਾਇਆ ਗਾ A ਨੰਬਰ ਆਪਸ਼ਨ ਜਵਾਹਰ ਲਾਲ ਨਹਿਰੂ, ਉਹਨਾਂ ਦਾ ਆਨਸਰ ਬਿਲਕੁਲ ਸਹੀ ਹੈ। ਠੀਕ ਹੈ, ਜਿਹੜਾ ਆਪਣਾ ਫਸਟ ਫੋਰਨ ਮਿਨਿਸਟਰ ਸੀ ਭਾਈ ਇੰਡੀਆ ਦਾ ਉਹ ਹੈਗਾ ਸੀ ਆਪਣਾ ਜਵਾਹਰ ਲਾਲ ਨਹਿਰੂ। ਓਕੇ ਜੀ। ਇਸ ਤੋਂ ਬਾਅਦ ਜੌਨ ਮਥਾਈ ਵੀ ਪਿਆ। ਜੌਨ ਮਥਾਈ ਆਪਣਾ ਪਹਿਲੀ ਰੇਲਵੇ ਮਿਨਿਸਟਰ ਸੀ। ਪਹਿਲਾ ਰੇਲਵੇ ਮਿਨਿਸਟਰ ਕੌਣ ਸੀ ਆਪਣਾ? ਕਈ ਵਾਰ ਪੁੱਛ ਲੈਂਦੇ ਆਜ਼ਾਦੀ ਤੋਂ ਬਾਅਦ। ਇਹ ਹੈਗਾ ਸੀ ਆਪਣਾ ਜੌਨ ਮਥਾਈ। ਓਕੇ ਜੀ। ਇਸ ਤੋਂ ਬਾਅਦ ਚੱਲਦੇ ਆਪਾਂ ਅੱਗੇ। ਵਿਚ ਸਟੇਟ ਇਜ਼ ਦਾ ਹਾਈਐਸਟ ਪ੍ਰੋਡਿਊਸਰ ਆਫ ਗਾਰਲਿਕ। ਗਾਰਲਿਕ ਮੈਨੇ ਹੁੰਦੀ ਹੈ ਲਸਣ, ਜੋ ਹੁੰਦਾ ਹੈ ਗੁਣਕਾਰੀ, ਲਸਣ ਦੀ ਗੰਢੀ ਦਾ ਗੁਰਦਾਸਮਾਨ ਨਹੀਂ ਕਹਿੰਦਾ ਹੁੰਦਾ ਜਿਹੜੇ ਮੁਲਕ ਦਾ ਖਾਈਏ ਉਸ ਦਾ ਬੁਰਾ ਨਹੀਂ ਮੰਨੀਦਾ। ਵਿਚ ਸਟੇਟ ਇਜ਼ ਦਾ ਹਾਈਐਸਟ ਪ੍ਰੋਡਿਊਸਰ ਆਫ ਗਾਰਲਿਕ। ਕਹਿੰਦੇ ਸਭ ਤੋਂ ਜ਼ਿਆਦਾ ਇੰਡੀਆ ਦੇ ਵਿੱਚ ਕਿਹੜੀ ਸਟੇਟ ਹੈ ਜਿਹਦੇ ਵਿੱਚ ਲਸਣ ਸਭ ਤੋਂ ਜ਼ਿਆਦਾ ਹੁੰਦੀ ਹੈ? ਰਾਜਸਥਾਨ, ਮੱਧ ਪ੍ਰਦੇਸ਼, ਹਿਮਾਚਲ ਪ੍ਰਦੇਸ਼ ਕਿ ਪੰਜਾਬ? ਪੰਜਾਬ ਦੇ ਵਿੱਚ ਤਾਂ ਹੁੰਦੀ ਨਹੀਂ, ਨਾ ਹਿਮਾਚਲ 'ਚ ਹੁੰਦੀ ਹੈ। ਅਤੇ ਸਭ ਤੋਂ ਜ਼ਿਆਦਾ ਇਹ ਚੀਜ਼ਾਂ ਕਿੱਥੇ ਹੁੰਦੀਆਂ ਹੈਗੀਆਂ? ਰਾਜਸਥਾਨ ਦੇ ਵਿੱਚ ਹੁੰਦੀਆਂ। ਤਾਂ A ਨੰਬਰ ਆਪਸ਼ਨ ਇਹਦਾ ਬਿਲਕੁਲ ਸਹੀ ਆਨਸਰ ਹੈ। ਠੀਕ ਹੈ, ਜਿਹੜੇ ਬੱਚੇ ਨੇ A ਨੰਬਰ ਆਨਸਰ ਲਾਇਆ ਉਹਨਾਂ ਦਾ ਸਵਾਲ ਬਿਲਕੁਲ ਸਹੀ ਹੈ ਇਹ। ਠੀਕ ਹੈ ਜੀ, PDF ਤੁਹਾਨੂੰ ਮਿਲ ਜੂਗਾ ਇਹਦਾ। ਇਸ ਤੋਂ ਬਾਅਦ ਅਗਲਾ, ਹੂ ਵਾਜ ਦਾ ਫਸਟ ਡਿਪਟੀ PM ਆਫ ਇੰਡੀਆ? ਡਿਪਟੀ PM ਪ੍ਰਾਈਮ ਮਿਨਿਸਟਰ ਕਿਹੜਾ ਹੁੰਦਾ? ਪ੍ਰਾਈਮ ਮਿਨਿਸਟਰ। ਇੱਕ ਹੁੰਦਾ ਡਿਪਟੀ ਪ੍ਰਾਈਮ ਮਿਨਿਸਟਰ। ਕਿਹੜਾ ਸੀ ਆਪਣੇ ਇੰਡੀਆ ਦਾ ਪਹਿਲਾਂ? ਸ੍ਰੀਪਦ ਨਾਇਕ, ਵੱਲਭ ਭਾਈ ਪਟੇਲ, ਮੌਲਾਨਾ ਅਬਦੁਲ ਕਲਾਮ ਆਜ਼ਾਦ ਕਿ ਲਾਲ ਬਹਾਦਰ ਸ਼ਾਸਤਰੀ? ਦੇਖੋ ਜਿਹੜਾ ਤਾਂ ਆਪਣਾ PM ਸੀ ਪਹਿਲਾਂ ਉਹ ਤਾਂ ਹੈਗਾ ਸੀ ਜਵਾਹਰ ਲਾਲ ਨਹਿਰੂ। ਅਤੇ ਜਿਹੜਾ ਡਿਪਟੀ PM ਸੀ ਤੁਹਾਨੂੰ ਪਤਾ ਹੋਣਾ ਚਾਹੀਦਾ ਬੱਚੋ। ਕੋਈ ਬੱਚਾ ਹੋਊਗਾ ਜਿਹਨੂੰ ਪਤਾ ਨਹੀਂ। ਜਿਹੜੇ ਬੱਚੇ ਨੂੰ ਪਤਾ ਨਹੀਂ ਤਾਂ ਭਾਈ ਸਮਝ ਲਓ ਕਿ ਤੁਹਾਡੀ ਸਟੱਡੀ ਬਹੁਤ ਪਿੱਛੇ ਹੈ, ਬਹੁਤ ਜ਼ਿਆਦਾ ਮਿਹਨਤ ਦੀ ਲੋੜ ਆ ਤੁਹਾਨੂੰ। ਠੀਕ ਹੈ, ਤਾਂ ਇਹਦਾ ਆਨਸਰ ਹੈਗਾ ਆਪਣਾ B ਨੰਬਰ ਆਪਸ਼ਨ ਵੱਲਭ ਭਾਈ ਪਟੇਲ।
ਵੱਲਭ ਭਾਈ ਪਟੇਲ ਨੂੰ ਸਰਦਾਰ ਦੀ ਉਪਾਧੀ ਕਿਹਨੇ ਦਿੱਤੀ ਸੀ? ਬਦਰੌਲੀ ਦੀਆਂ ਔਰਤਾਂ ਨੇ ਇਹਨੂੰ ਸਰਦਾਰ ਦੀ ਉਪਾਧੀ ਦਿੱਤੀ ਸੀ, ਕਿਹਨੂੰ? ਵੱਲਭ ਭਾਈ ਪਟੇਲ ਨੂੰ। ਇਹ ਗੱਲ ਵੀ ਯਾਦ ਰੱਖਣੀ ਹੈ। ਇਹ ਰੀਵਰ ਵਿੱਚ ਮੇਕ ਏ ਬਾਰਡਰ ਬਿਟਵੀਨ ਇੰਡੀਆ ਐਂਡ ਨੇਪਾਲ। ਕਹਿੰਦੇ ਇਹਨਾਂ ਦੇ ਵਿੱਚੋਂ ਕਿਹੜੀ ਉਹ ਰੀਵਰ ਹੈਗੀ ਜਿਹੜੀ ਇੱਕ ਬਾਰਡਰ ਬਣਾਉਂਦੀ ਹੈ ਕਿਹਦੇ ਵਿਚਾਲੇ? ਜਿਵੇਂ ਇੱਧਰ ਤਾਂ ਆ ਗਿਆ ਆਪਣਾ ਇੰਡੀਆ, ਇੱਧਰ ਆ ਗਿਆ ਆਪਣਾ ਨੇਪਾਲ, ਆਹ ਵਿਚਾਲੇ ਰੀਵਰ ਲੰਘ ਰਹੀ ਹੈ। ਠੀਕ ਹੈ, ਇਹ ਇੱਕ ਕਾਹਦਾ ਕੰਮ ਕਰ ਰਹੀ ਹੈ ਰੀਵਰ? ਇਹ ਬਾਰਡਰ ਦਾ ਕੰਮ ਕਰ ਰਹੀ ਹੈ। ਤਾਂ ਇਹ ਨਦੀ ਦਾ ਕੀ ਨਾਮ ਆ? ਕਹਿੰਦੇ ਤੀਸਟਾ, ਕੋਸੀ, ਕਾਲੀ, ਗੰਗਾ। ਦੱਸੋ ਭਾਈ। ਤਾਂ ਜਿਹੜੇ ਬੱਚੇ ਨੇ ਇਹਨਾਂ ਆਨਸਰ C ਨੰਬਰ ਆਪਸ਼ਨ ਲਾਇਆ ਉਹਨਾਂ ਦਾ ਆਨਸਰ ਬਿਲਕੁਲ ਸਹੀ ਹੈ। ਠੀਕ ਹੈ, ਜਿਹੜੀ ਕਾਲੀ ਰੀਵਰ ਆ ਭਾਈ, ਠੀਕ ਹੈ, ਉਹ ਇਹਨਾਂ ਦੇ ਵਿਚਾਲੇ ਨੇਪਾਲ ਅਤੇ ਇੰਡੀਆ ਦੇ ਵਿਚਾਲੇ ਕਾਹਦਾ ਕੰਮ ਕਰਦੀ ਹੈ? ਬਾਰਡਰ ਦਾ ਕੰਮ ਕਰਦੀ ਹੈ। ਇਹ ਗੱਲ ਤੁਸੀਂ ਯਾਦ ਰੱਖਣੀ ਹੈ। ਠੀਕ ਹੈ, ਸਾਰੇ ਪ੍ਰਸ਼ਨ ਭਾਈ ਪੇਪਰ ਦੇ ਪੁਆਇੰਟ ਆਫ ਵਿਊ ਤੋਂ ਬਹੁਤ ਜ਼ਿਆਦਾ ਇੰਪੋਰਟੈਂਟ ਹੋ ਜਾਂਦੇ ਆ। ਠੀਕ ਹੈ ਜੀ। ਅਤੇ ਨੇਪਾਲ ਦੀ ਰਾਜਧਾਨੀ ਕੀ ਹੈ? ਕਾਠਮੰਡੂ। ਇੰਡੀਆ ਦੀ ਕੀ ਹੈ? ਦਿੱਲੀ ਹੈ। ਕੋਸੀ ਨੂੰ ਕੀ ਕਿਹਾ ਜਾਂਦਾ ਹੈ? ਬਿਹਾਰ ਦੇ ਦੁੱਖਾਂ ਦਾ ਘਰ। ਬਿਹਾਰ ਦੇ ਦੁੱਖਾਂ ਦਾ ਘਰ ਕਿਹੜੀ ਨਦੀ ਨੂੰ ਕਿਹਾ ਜਾਂਦਾ ਹੈ? ਕੋਸੀ ਨਦੀ ਨੂੰ। ਇਹ ਵੀ ਗੱਲ ਯਾਦ ਰੱਖਣੀ ਹੈ। ਆਪਣੀ ਪਵਿੱਤਰ ਨਦੀ ਗੰਗਾ ਹੈਗੀ। ਹੂ ਅਮੰਗ ਦਾ ਫੋਲੋਵਿੰਗ ਲੀਡਰ ਵਾਜ ਨੋਟ ਐਸੈਸੀਨੇਟਡ। ਉਹ ਕਿਹੜਾ ਲੀਡਰ ਹੈ ਦੱਸੋ ਜਿਸ ਦਾ ਕਤਲ ਨਹੀਂ ਕੀਤਾ ਗਿਆ ਸੀ? SSC ਦੇ ਵਿੱਚ ਇਹ ਜਿਹੇ ਪ੍ਰਸ਼ਨ ਪੁੱਛੇ ਜਾਂਦੇ, ਸਾਰੇ SSC ਦੇ ਵਿੱਚ ਆਏ ਹੋਏ ਆ ਇਹ। ਠੀਕ ਹੈ, ਦੇਖੋ ਉਹ ਕਿਹੜਾ ਲੀਡਰ ਹੈ ਜਿਹਦਾ ਕਤਲ ਨਹੀਂ ਕੀਤਾ ਗਿਆ ਸੀ? ਮਹਾਤਮਾ ਗਾਂਧੀ ਦਾ ਕਤਲ ਤਾਂ ਕੀਤਾ ਸੀ ਨੱਥੂ ਰਾਮ ਗੋਡਸੇ ਨੇ। ਇਹ ਤਾਂ ਤੁਹਾਨੂੰ ਪਤਾ ਹੀ ਹੈ, ਨੱਥੂ ਰਾਮ ਗੋਡਸੇ ਨੇ ਮਹਾਤਮਾ ਗਾਂਧੀ ਦਾ ਕਤਲ ਕਰਤਾ ਸੀ। ਠੀਕ ਹੈ, ਤਾਂ ਬੱਚੇ ਨੂੰ ਪਤਾ ਹੋਊਗਾ। ਇਸ ਤੋਂ ਬਾਅਦ ਲਿਆਕਤ ਅਲੀ, ਇਹਦਾ ਵੀ ਮਾਊਂਟਬੈਟਨ ਦਾ ਵੀ ਕਤਲ ਕੀਤਾ ਗਿਆ ਸੀ। ਇਹ ਦੋਨਾਂ 'ਚ ਆਪਸ਼ਨ 'ਚ ਹਾਂ C ਨੰਬਰ ਆਪਸ਼ਨ ਹੈ। ਲਿਆਕਤ ਅਲੀ ਦਾ ਵੀ ਕਤਲ ਹੋ ਗਿਆ ਸੀ, ਮਹਾਤਮਾ ਗਾਂਧੀ ਦਾ ਵੀ ਹੋ ਗਿਆ ਸੀ, ਲਾਰਡ ਦਾ ਵੀ। ਜਿਹੜਾ ਮੁਹੰਮਦ ਅਲੀ ਜਿਨਾ ਇਹਦਾ ਕਤਲ ਨਹੀਂ ਹੋਇਆ ਸੀ। ਠੀਕ ਹੈ, ਇਹ ਉਹੀ ਜਿਨਾ ਭਾਈ ਜਿਹਨੇ ਪਾਕਿਸਤਾਨ ਦੀ ਮੰਗ ਰੱਖੀ ਸੀ। ਠੀਕ ਹੈ, ਅਤੇ ਵੋਟਾਂ ਦੀ ਵੀ ਇਹਨੇ ਕਿਹਾ ਸੀ ਕਿ ਵੋਟਾਂ ਪਾਈਆਂ ਜਾਣ। ਠੀਕ ਹੈ, ਆਹ ਲਿਆਕਤ ਅਲੀ ਅਤੇ ਸ਼ੌਕਤ ਅਲੀ ਸੀ, ਇਹ ਅਲੀ ਬਰਾਦਰ ਸੀ। ਅਲੀ ਬਰਾਦਰ ਨਹੀਂ ਸੀ, ਅਲੀ ਬਰਾਦਰ ਲਿਆਕਤ ਅਲੀ ਅਤੇ ਸ਼ੌਕਤ ਅਲੀ ਉਹ ਹੈ। ਇਹ ਅਯੋਧਿਆ ਕਿਹੜੀ ਨਦੀ ਦੇ ਕਿਨਾਰੇ 'ਤੇ ਹੈ? ਅਯੋਧਿਆ ਦਾ ਰਾਜਾ ਸੀ ਜਿਹੜਾ ਉਹ ਦਸ਼ਰਥ ਸੀ। ਉਹਦੇ ਹੀ ਪੁੱਤਰ ਸਨ ਸ਼੍ਰੀ ਰਾਮ, ਭਗਵਾਨ ਰਾਮ ਚੰਦਰ ਜੀ, ਜਿਨ੍ਹਾਂ ਨੂੰ 14 ਸਾਲਾਂ ਦੇ ਬਨਵਾਸ ਲਈ ਭੇਜਿਆ ਸੀ। ਠੀਕ ਹੈ ਜੀ। ਅਤੇ ਰਮਾਇਣ ਵੀ ਆਪਣੇ ਵਾਸਤੇ ਬਹੁਤ ਜ਼ਰੂਰੀ ਹੈ ਕਿਉਂਕਿ ਪੇਪਰਾਂ ਦੇ ਵਿੱਚ ਪ੍ਰਸ਼ਨ ਆ ਰਹੇ ਹੈ। ਜੇ ਕਿਸੇ ਬੱਚੇ ਨੇ ਵੀ ਰਮਾਇਣ ਸੁਣਨੀ ਹੈ ਤਾਂ ਮੈਨੂੰ ਦੱਸ ਦਿਓ, ਆਪਾਂ ਸਪੈਸ਼ਲ ਵੀਡੀਓ ਬਣਾ ਦਾਂਗੇ ਉਹਦੇ। ਮੈਨੂੰ ਬਹੁਤ ਵਧੀਆ ਲੱਗਦੀ ਹੈ ਰਮਾਇਣ। ਠੀਕ ਹੈ, ਦੇਖੋ ਚਾਹੇ ਮੇਰਾ ਧਰਮ ਸਿੱਖ ਧਰਮ ਹੈ, ਚਾਹੇ ਕੋਈ ਵੀ ਹੈ, ਮੈਂ ਇਹੋ ਜਿਹਾ ਬੰਦਾ ਗਾ ਆਦੀ ਤਾਰੀਫ ਨਹੀਂ ਕਰਦਾ। ਮੈਂ ਸਾਰੇ ਧਰਮਾਂ ਦੀ ਆਦਰ ਕਰਦਾ। ਚਾਹੇ ਮੰਦਰ ਹੈ ਮੈਂ ਉੱਥੇ ਵੀ ਜਾ ਕੇ ਆਉਣਾ, ਚਾਹੇ ਮਸਜਿਦ ਹੈ ਉੱਥੇ ਵੀ ਜਾ ਕੇ ਆਉਣਾ, ਚਾਹੇ ਚਰਚ ਹੈ ਉੱਥੇ ਵੀ ਜਾ ਕੇ ਆਉਣਾ, ਗੁਰਦੁਆਰੇ ਵਿੱਚ ਜਾਣੀ ਜਾਣਾ। ਠੀਕ ਹੈ, ਸਾਰੇ ਧਰਮਾਂ ਦਾ ਆਦਰ ਕਰਨਾ ਚਾਹੀਦਾ ਕਿਉਂਕਿ ਕੋਈ ਵੀ ਧਰਮ ਹੈ ਜਿਹੜਾ ਕੋਈ ਵੀ ਧਰਮ ਮਾੜੀ ਚੀਜ਼ ਨਹੀਂ ਸਿਖਾਉਂਦਾ ਆਪਾਂ ਨੂੰ। ਕੋਈ ਵੀ ਧਰਮ ਲਾ ਲਓ, ਕੋਈ ਵੀ ਧਰਮ ਦੇ ਵਿੱਚ ਮਾੜੀ ਚੀਜ਼ਾਂ ਨਹੀਂ ਹੁੰਦੀਆਂ। ਜੈਨ ਧਰਮ ਲਾ ਲਓ, ਬੁੱਧ ਧਰਮ ਲਾ ਲਓ, ਸਾਰੇ ਮੈਨੂੰ ਵਧੀਆ ਲੱਗਦੇ ਆ A to Z ਜਿੰਨੇ ਵੀ ਧਰਮ ਹੈ। ਕਿਉਂਕਿ ਜੇ ਆਪਾਂ ਅਸਲ ਮੰਨ ਕੇ ਦੇਖੀਏ ਨਾ ਤਾਂ ਦੇਖੋ ਬੁੱਧ ਧਰਮ ਲੈ ਲਓ, ਜੈਨ ਧਰਮ ਲੈ ਲਓ, ਈਸਾਈ ਧਰਮ ਲੈ ਲਓ, ਮੁਸਲਿਮ ਧਰਮ ਲੈ ਲਓ, ਹਿੰਦੂ ਲੈ ਲਓ, ਸਿੱਖ ਲੈ ਲਓ, ਕੋਈ ਵੀ ਧਰਮ ਲੈ ਲਓ, ਕਿਸੇ ਦੇ ਵਿੱਚ ਵੀ ਕਿਸੇ ਧਰਮ ਦੇ ਵਿੱਚ ਲਿਖਿਆ ਕਿ ਠੱਗੀ ਚੋਰੀ ਕਰੋ, ਝੂਠ ਬੋਲੋ, ਕਿਸੇ ਦਾ ਮਾੜਾ ਕਰੋ। ਠੀਕ ਹੈ, ਕਿਸੇ ਨੂੰ ਜਰੋਣਾ ਜੇ ਕੋਈ ਬੰਦਾ ਤਰੱਕੀ ਕਰ ਰਿਹਾ, ਮਿਹਨਤ ਨਾ ਕਰੋ। ਕਿਸੇ ਗ੍ਰੰਥ ਦੇ ਵਿੱਚ ਲਿਖਿਆ ਗਾ? ਕਿਸੇ 'ਚ ਨਹੀਂ ਲਿਖਿਆ ਨਾ। ਸਾਰਿਆਂ ਦੇ ਵਿੱਚ ਇਹੀ ਚੀਜ਼ ਲਿਖੀ ਵੀ ਹੈ ਭਾਈ, ਸੱਚ ਬੋਲੋ, ਕਿਰਤ ਕਰੋ, ਕਮਾਈ ਕਰੋ। ਠੀਕ ਹੈ, ਕਿਸੇ ਦਾ ਦਿਲ ਨਾ ਦਿਖਾਓ। ਇਹ ਸਾਰੀਆਂ ਚੀਜ਼ਾਂ ਗ੍ਰੰਥਾਂ ਦੇ ਵਿੱਚ ਲਿਖੀਆਂ ਹੋਈਆਂ। ਤਾਂ ਉਹੀ ਚੱਕਰ ਸੇਮ ਟੂ ਸੇਮ ਇਹਦਾ ਗਾ। ਠੀਕ ਹੈ, ਅਤੇ ਤਾਂ ਕਰਕੇ ਸਾਰੇ ਧਰਮ ਆਦਰ ਕਰਦੇ ਜਿਹੜੇ। ਮੈਨੂੰ ਰਮਾਇਣ ਬਹੁਤ ਵਧੀਆ ਲੱਗਦੀ ਹੈ। ਮੈਂ ਰਮਾਇਣ ਘੱਟੋ ਘੱਟ ਨਾ ਮੈਂ ਆਏ ਸਾਲ ਜਦੋਂ ਵੀ ਦੁਸਹਿਰੇ ਦਿਨ ਹੁੰਦੇ ਮੈਂ ਰਮਾਇਣ ਦੇ 2 ਐਪੀਸੋਡ ਡੇਲੀ 2-3 ਐਪੀਸੋਡ ਆਏ ਸਾਲ ਦੇਖਣੇ ਹੁੰਦੇ ਆ। ਹੁਣ ਵੀ ਦੇਖਦਾ ਹੁੰਦਾ ਮੈਂ ਰਮਾਇਣ ਦੇ ਰਾਤ 2 ਐਪੀਸੋਡ ਦੇਖੇ ਸੀ। ਅਤੇ ਡੇਲੀ ਦਿਨਾਂ 'ਚ ਰਾਮਲੀਲਾ ਚੱਲੂ ਜਦੋਂ ਮੈਂ ਐਪੀਸੋਡ ਦੇਖਦੇ ਹੁੰਦਾ, ਮੈਨੂੰ ਵਧੀਆ ਲੱਗਦਾ ਆ ਦਿਨਾਂ ਦੇ ਵਿੱਚ। ਠੀਕ ਹੈ ਜੀ। ਅਤੇ ਅਯੋਧਿਆ ਸੀ ਭਾਈ ਜਿਹੜੀ ਕਿਹੜੀ ਨਦੀ ਦੇ ਕਿਨਾਰੇ 'ਤੇ? ਅਯੋਧਿਆ ਗੰਗਾ, ਜਮਨਾ, ਮਹਾਨਦੀ ਕਿ ਸਰੂ? ਤਾਂ ਬੱਚਿਓ ਇਹ ਪ੍ਰਸ਼ਨ ਆਉਣ ਦੇ ਫੁੱਲ ਚਾਂਸ ਨੇ ਕਿਉਂਕਿ ਦੀਵਾਲੀ ਨੇੜੇ ਹੈ। ਦੀਵਾਲੀ ਤੋਂ ਬਾਅਦ ਪੇਪਰ ਹੋਣਾ 'ਤੇ ਪੁੱਛਿਆ ਜਾ ਸਕਦਾ ਅਯੋਧਿਆ ਬਾਰੇ। ਤਾਂ ਸਰੂ ਆ ਜਿਹੜਾ ਭਾਈ, ਸਰੂ ਨਦੀ ਦੇ ਕਿਨਾਰੇ 'ਤੇ ਹੈ ਅਯੋਧਿਆ। ਫਿਰੋਜ਼ਪੁਰ ਇਜ਼ ਸਿਚੁਏਟਡ ਆਫ ਵਿੱਚ ਬੈਂਕ ਆਫ ਰੀਵਰ। ਕਹਿਣ ਦਾ ਮਤਲਬ ਬੈਂਕ ਮਨੇ ਹੁੰਦਾ ਕਿਨਾਰਾ। ਕਹਿੰਦੇ ਫਿਰੋਜ਼ਪੁਰ ਜਿਹੜਾ ਆਪਣੇ ਇੰਡੀਆ ਦੇ ਭਾਰਤ ਦੇ ਪੰਜਾਬ ਦੇ ਵਿੱਚ ਹੀ ਹੈ ਫਿਰੋਜ਼ਪੁਰ। ਤਾਂ ਫਾਜ਼ਿਲਕਾ ਇਸ ਤੋਂ ਅਲੱਗ ਹੋ ਕੇ ਬਣਿਆ ਗਿਆ ਫਿਰੋਜ਼ਪੁਰ ਤੋਂ। ਦੇਖੋ ਜਿਹੜਾ ਫਿਰੋਜ਼ਪੁਰ ਹੈ ਇਹ ਕਿਹੜੀ ਨਦੀ ਦੇ ਕਿਨਾਰੇ 'ਤੇ ਹੈ? ਗੰਗਾ, ਸਤਲੁਜ, ਕਾਵੇਰੀ, ਗੋਦਾਵਰੀ। ਤਾਂ ਫਿਰੋਜ਼ਪੁਰ ਹੈਗਾ ਭਾਈ ਆਪਣਾ ਸਤਲੁਜ ਨਦੀ ਦੇ ਕਿਨਾਰੇ 'ਤੇ ਹੈ। ਕਿੱਥੇ ਸਥਿਤ ਹੈ ਫਿਰੋਜ਼ਪੁਰ? ਕਿਹੜੀ ਸਟੇਟ ਦੇ ਵਿੱਚ ਹੈ? ਪੰਜਾਬ ਸਟੇਟ ਦੇ ਵਿੱਚ ਹੈ।
ਇਹ ਗੱਲ ਵੀ ਯਾਦ ਰੱਖਣੀ ਹੈ। ਸੰਮੀ ਦਾ ਡਾਂਸ ਆਫ ਵਿਚ ਸਟੇਟ, ਸੰਮੀ ਕਿਹੜੀ ਸਟੇਟ ਦਾ ਡਾਂਸ ਹੈ? ਸੰਮੀ ਮੇਰੀ ਬਾਲ ਗੀਤ ਜਿਹਾ ਚੱਲਦਾ ਹੁੰਦਾ ਇੱਕ, ਉਹ ਚੀਜ਼ ਹੈ ਇਹ ਸੰਮੀ। ਤਾਂ ਸੰਮੀ ਕਿਹੜੀ ਸਟੇਟ ਦੇ ਵਿੱਚ ਡਾਂਸ ਕੀਤਾ ਜਾਂਦਾ? ਇਹ ਪੰਜਾਬ, ਹਰਿਆਣਾ, ਯੂਪੀ, ਮੱਧ ਪ੍ਰਦੇਸ਼। ਤਾਂ ਜਿਹੜੇ ਬੱਚਿਆਂ ਨੇ ਭਾਈ ਇਹਦਾ ਆਨਸਰ ਪੰਜਾਬ ਲਾਇਆ ਗਾ ਉਹਨਾਂ ਦਾ ਆਨਸਰ ਬਿਲਕੁਲ ਸਹੀ ਹੈ। ਸੰਮੀ ਪੰਜਾਬ ਦੇ ਵਿੱਚ ਡਾਂਸ ਜਿਹੜਾ ਕੀਤਾ ਜਾਂਦਾ। ਇੱਕ ਕੰਪੀਟੀਸ਼ਨ ਹੋਰ ਵੀ ਆ ਜਾਂਦਾ ਗਿੱਧਾ। ਗਿੱਧਾ ਪੰਜਾਬ ਦੇ ਵਿੱਚ ਵੀ ਪਾਇਆ ਜਾਂਦਾ ਅਤੇ ਹਰਿਆਣੇ ਦੇ ਵਿੱਚ ਵੀ ਪਾਇਆ ਜਾਂਦਾ। ਇਹ ਗੱਲ ਯਾਦ ਰੱਖਣੀ ਹੈ। ਕਈ ਵਾਰੀ ਪੰਜਾਬ ਦੀ ਆਪਸ਼ਨ ਨਾ ਹੋਵੇ ਅਤੇ ਹਰਿਆਣਾ ਪਈ ਹੋਵੇ ਤਾਂ ਹਰਿਆਣਾ ਟਿਕ ਲਾਇਆ ਪਹਿਲੇ ਨੰਬਰ 'ਤੇ ਪੰਜਾਬ ਲਾ ਕੇ ਆਉਣੀ ਹੈ। ਠੀਕ ਹੈ ਜੀ। ਤਾਂ ਸੰਮੀ ਜਿਹੜਾ ਡਾਂਸ ਆ ਭਾਈ ਇਹ ਪੰਜਾਬ ਸਟੇਟ ਦੇ ਵਿੱਚ ਹੀ ਮਨਾਇਆ ਜਾਂਦਾ ਗਾ। ਇਹ ਗੱਲ ਯਾਦ ਰੱਖਣੀ ਹੈ। ਜੇ ਪੰਜਾਬ ਨਹੀਂ ਪਿਆ ਹਰਿਆਣਾ ਪਿਆ ਤਾਂ ਹਰਿਆਣਾ ਸਹੀ ਆ ਜਾਊਗਾ। ਠੀਕ ਹੈ ਜੀ। ਇਸ ਤੋਂ ਬਾਅਦ ਕਹਿੰਦੇ ਵਿੱਚ ਇਹਦਾ ਫੋਲੋਇੰਗ ਹੈ ਡਿਕਲੇਅਰਡ ਕੋਵਿਡ-19 ਪੈਂਡਾਮਿਕ। ਕਹਿੰਦੇ ਕੋਵਿਡ-19 ਨੂੰ ਇੱਕ ਮਹਾਂਮਾਰੀ ਘੋਸ਼ਿਤ ਕੀਤਾ ਸੀ। ਕੋਵਿਡ-19 ਨੂੰ ਮਹਾਂਮਾਰੀ ਘੋਸ਼ਿਤ ਕੀਤਾ ਸੀ। ਘੋਸ਼ਿਤ ਕਿਹਨੇ ਕੀਤਾ ਸੀ? ਕਿਹੜੀ ਸੰਸਥਾ ਜਾਂ ਕਿਹੜਾ ਦੇਸ਼ ਹੈ ਜਿਹਨੇ ਇਹਨੂੰ ਉਹ ਕੀਤਾ ਸੀ? WHO, UN, US ਕਿ ਚਾਈਨਾ? ਦੇਖੋ ਵੀ ਚਾਈਨਾ ਕੋਲ ਕਿਹੜਾ ਅਧਿਕਾਰ ਆ ਗਿਆ ਕਿ ਭਾਈ ਅਸੀਂ ਦੱਸਾਂਗੇ ਕਿ ਇਹ ਮਹਾਂਮਾਰੀ ਹੈਗੀ ਕਿ ਨਹੀਂ? ਨਹੀਂ, US ਕੋਲ ਅਧਿਕਾਰ ਹੈ। ਤਾਂ ਇਹ ਭਾਈ ਬੱਚੇ ਉਲਝਦੇ ਇਹਦੇ ਵਿੱਚ ਦੋਨਾਂ ਦੇ ਵਿੱਚ UN ਅਤੇ WHO। ਦੇਖੋ UN ਦੀ ਹੀ ਇੱਕ ਸੰਸਥਾ WHO ਵਰਲਡ ਹੈਲਥ ਆਰਗੇਨਾਈਜੇਸ਼ਨ, ਠੀਕ ਹੈ, ਜਨੇਵਾ ਦੇ ਵਿੱਚ ਹੈਡਕੁਆਟਰ ਹੈ। ਇਹਨਾਂ ਨੇ ਕਿਹਾ ਸੀ ਆਪਸ਼ਨ ਨੰਬਰ A ਨੇ ਭਾਈ ਕਿ ਇਹ ਬਹੁਤ ਇੱਕ ਵੱਡੀ ਮਹਾਂਮਾਰੀ ਹੈ ਕੋਵਿਡ-19। ਠੀਕ ਹੈ ਜੀ। ਕਿੱਥੋਂ ਹੋਈ ਸੀ? ਵੂਹਾਨ ਸ਼ਹਿਰ ਸੀ ਚਾਈਨਾ ਦੇ ਵਿੱਚ, ਉੱਥੋਂ ਹੋਈ ਸੀ ਅਤੇ ਇੱਥੇ 76 ਦਿਨ ਲੋਕਡਾਊਨ ਲੱਗਿਆ ਸੀ। ਇਹ ਗੱਲ ਵੀ ਯਾਦ ਰੱਖਣੀ ਹੈ। ਠੀਕ ਹੈ ਜੀ। ਹੁਣ ਚੱਲਦੇ ਆਪਾਂ ਅਗਲੇ 'ਤੇ। ਫਸਟ ਇੰਡੀਆ ਸਟੇਟ ਵਿੱਚ ਤੁਰਕਸ਼, ਹਾਂ ਫਸਟ ਮਸਜਿਦ ਲਿਖਣਾ ਸੀ ਇੱਥੇ। ਫਸਟ ਮਸਜਿਦ ਜਿਹੜੀ ਤੁਰਕਸ਼ ਦੁਆਰਾ ਬਣਾਈ ਗਈ ਸੀ ਉਹ ਮਸਜਿਦ ਦਾ ਕੀ ਨਾਮ ਹੈਗਾ? ਚੀਰਾਮਨੀਅਮ, ਜਾਮਾ ਮਸਜਿਦ, ਕੈਬਤ-ਅਲ ਇਸਲਾਮ ਕਿ ਅਡਾਈ ਦਨਕਾ ਜੋਪੜਾ। ਦੇਖਿਆ ਤੁਰਕਸ਼ਾਂ ਦੁਆਰਾ, ਕਹਿੰਦੇ ਤੁਰਕਸ਼ਾਂ ਦੁਆਰਾ, ਤੁਰਕ ਸੀ ਜਿਹੜੇ ਉਹਨੇ ਤੁਰਕਸ਼ ਕਹਿੰਦੇ ਸੀ, ਤੁਰਕੀਆਂ ਦੁਆਰਾ ਜਾਂ ਤੁਰਕਸ਼ ਦੁਆਰਾ ਜਿਹੜੀ ਪਹਿਲੀ ਮਸਜਿਦ ਬਣਾਈ ਗਈ ਸੀ ਉਹ ਮਸਜਿਦ ਦਾ ਕੀ ਨਾਮ ਹੈਗਾ? ਉਹ ਮਸਜਿਦ ਦਾ ਨਾਮ ਹੈਗਾ ਭਾਈ ਕੁਬਤ-ਉਲ ਇਸਲਾਮ। ਠੀਕ ਹੈ। ਹੁਣ ਗੂਗਲ ਨਾ ਕਰਨ ਵੇ, ਜੋ ਗੂਗਲ 'ਤੇ ਸਰਚ ਮਾਰੋਗੇ ਤੁਹਾਨੂੰ ਹੋਰ ਮਸਜਿਦ ਤੁਹਾਡੇ ਸਾਹਮਣੇ ਆਊਗੀ, ਪਰ ਆਹ ਮਸਜਿਦ ਬਿਲਕੁਲ ਸਹੀ ਹੈਗੀ ਕਿਉਂਕਿ ਉਹ ਮਸਜਿਦ ਤਾਂ ਪਹਿਲਾਂ ਹੋਰ ਸੀ, ਇੱਕ ਉਹ ਬਣੀ ਸੀ, ਪਰ ਸਭ ਤੋਂ ਪਹਿਲਾਂ ਪੂਜਾ ਪਾਠ ਜਿਹੜਾ ਚੱਲਿਆ ਸੀ ਉਹਦੇ 'ਚ ਚੱਲਿਆ ਸੀ। ਠੀਕ ਹੈ। ਜਹਾਂਗੀਰ ਹੈਜ਼ ਗਿਵਨ ਦਾ ਟਾਈਟਲ ਆਫ ਇੰਗਲਿਸ਼ ਖਾਨ ਟੂ ਹੋਮ। ਕਹਿੰਦੇ ਜਹਾਂਗੀਰ ਨੇ ਕਿਹੜਾ ਬੰਦਾ ਸੀ ਜਿਹਨੂੰ ਇੰਗਲਿਸ਼ ਖਾਨ ਦਾ ਆਰਡਰ ਉਹ ਦਿੱਤਾ ਸੀ, ਨਾਮ ਦਿੱਤਾ ਸੀ, ਪਦਵੀ ਦਿੱਤੀ ਸੀ। ਠੀਕ ਹੈ। ਜਿਵੇਂ ਮੈਨੂੰ ਕੋਈ ਮਹਾਰਾਜ ਦੀ ਉਪਾਧੀ ਦੇ ਦੇ, ਠੀਕ ਹੈ ਜੀ, ਮੈਨੂੰ ਜੇ ਤੁਸੀਂ ਸਰ ਦੀ ਉਪਾਧੀ ਦੇ ਦਿਓ, ਉਵੇਂ ਜਿਵੇਂ ਜਿਹੜਾ ਜਹਾਂਗੀਰ ਸੀ ਇਹਨੇ ਕਿਸੇ ਬੰਦੇ ਨੂੰ ਇੰਗਲਿਸ਼ ਖਾਨ ਦੀ ਉਪਾਧੀ ਦਿੱਤੀ ਸੀ। ਕਹਿੰਦੇ ਉਹ ਬੰਦੇ ਦਾ ਨਾਮ ਦੱਸੋ, ਉਹ ਬੰਦੇ ਦਾ ਕੀ ਨਾਮ ਹੈਗਾ? ਸਰ ਥੋਮਸ, ਕੈਪਟਨ ਹੌਕਿੰਗ, ਹੈਮਿਲਟਨ ਕਿ ਜੌਨ ਮੂਰ? ਦੱਸੋ ਜੀ। ਜਿਹੜਾ ਬੱਚੇ ਨੇ ਇਹਦਾ ਆਨਸਰ ਲਾਇਆ ਹੈਗਾ B ਨੰਬਰ ਆਪਸ਼ਨ, ਉਹਨਾਂ ਦਾ ਆਨਸਰ ਬਿਲਕੁਲ ਸਹੀ ਹੈ। ਜਿਹੜਾ ਕੈਪਟਨ ਸੀ ਭਾਈ ਆਪਣਾ ਕੈਪਟਨ ਹੌਕਿੰਗ ਸੀ ਜਿਹੜਾ, ਇਹਨੂੰ ਜਹਾਂਗੀਰ ਦੁਆਰਾ ਇੰਗਲਿਸ਼ ਖਾਨ ਦੀ ਉਪਾਧੀ ਦਿੱਤੀ ਗਈ ਸੀ। ਦੂਸਰੀ ਗੱਲ, ਸਿੱਖਾਂ ਦੇ 5ਵੇਂ ਗੁਰੂ ਸੀ ਜਿਹੜੇ ਸ਼੍ਰੀ ਗੁਰੂ ਅਰਜਨ ਦੇਵ ਜੀ, ਠੀਕ ਹੈ, ਉਹਨਾਂ ਨੂੰ ਵੀ ਜਹਾਂਗੀਰ ਨੇ ਹੀ ਸ਼ਹੀਦ ਕੀਤਾ ਸੀ। ਇਹ ਗੱਲ ਯਾਦ ਰੱਖਣੀ ਹੈ। ਠੀਕ ਹੈ। ਤੱਤੀ ਤਵੀ 'ਤੇ ਬਿਠਾ ਕੇ। ਓਕੇ ਜੀ। ਅਤੇ 1606 ਦੇ ਵਿੱਚ ਸ਼ਹੀਦ ਕੀਤਾ ਸੀ ਇਹਨਾਂ ਨੇ। 22 ਮਈ ਨੂੰ 1606 ਦਾ ਫੜ ਕੇ ਲੈ ਗਏ ਸੀ ਗੁਰੂ ਜੀ ਨੂੰ। 28 ਮਈ 1606 ਨੂੰ ਇਹਨਾਂ ਨੂੰ ਸ਼ਹੀਦ ਕਰਤਾ ਸੀ। ਇਸ ਤੋਂ ਬਾਅਦ ਉਹਨਾਂ ਦੇ ਪੁੱਤਰ ਗੱਦੀ 'ਤੇ ਬੈਠੇ ਸੀ ਸ਼੍ਰੀ ਗੁਰੂ ਹਰਗੋਬਿੰਦ ਸਿੰਘ ਜੀ, ਜਿਹੜੇ ਸਿੱਖਾਂ ਦੇ ਪਹਿਲੇ ਗੁਰੂ ਸਨ। ਅਤੇ ਸੱਚੇ ਪਾਤਸ਼ਾਹ ਵੀ 6ਵੇਂ ਗੁਰੂ ਨੂੰ ਕਿਹਾ ਜਾਂਦਾ ਗਾ। ਸੱਚੇ ਪਾਤਸ਼ਾਹ ਦੇ ਬੱਚੇ ਕਿਹਨਾਂ ਦੇ ਕਿਤਾਬਾਂ ਦੇ ਵਿੱਚ ਹੀ 10ਵਾਂ ਪਾਤਸ਼ਾਹ ਲਿਖਿਆ। 10ਵਾਂ ਪਾਤਸ਼ਾਹ ਨੂੰ ਸੱਚੇ ਪਾਤਸ਼ਾਹ ਨਹੀਂ ਕਿਹਾ ਜਾਂਦਾ ਪੁੱਤਰੋ, 6ਵੇਂ ਗੁਰੂ ਸ਼੍ਰੀ ਗੁਰੂ ਹਰਗੋਬਿੰਦ ਜੀ ਸੱਚੇ ਪਾਤਸ਼ਾਹ ਦੇ ਨਾਲ ਜਾਣਿਆ ਜਾਂਦਾ। ਇਸ ਤੋਂ ਬਾਅਦ ਵਿੱਚ ਜੀ ਫੋਲੋਇੰਗ ਨੋਟ ਦਾ ਇੰਪਾਇਰ ਆਫ ਤੁਲਾਵਾ ਡਾਇਨੈਸਟੀ। ਕਹਿੰਦੇ ਜਿਹੜੀ ਤੁਲਾਵਾ ਡਾਇਨੈਸਟੀ ਹੈ, ਠੀਕ ਹੈ, ਇਹਨਾਂ ਦੇ ਵਿੱਚੋਂ ਇਹਦਾ ਕਿਹੜਾ ਸ਼ਾਸਕ ਨਹੀਂ ਹੋਇਆ? ਇਹ ਪ੍ਰਸ਼ਨ ਬਾਈ ਇਹ ਜਿਹੇ ਪ੍ਰਸ਼ਨ ਬਹੁਤ ਪੁੱਛੇ ਜਾਂਦਾ SSC ਦੇ ਵਿੱਚ। ਠੀਕ ਹੈ। ਤੁਸੀਂ ਪੇਪਰ ਦੇ ਕੇ ਆਏ ਹੋਗੇ, ਪਹਿਲਾਂ ਤੁਹਾਨੂੰ ਪਤਾ ਹੀ ਹੋਊਗਾ ਕਿੰਨਾ ਹਾਈ ਲੈਵਲ ਹੁੰਦਾ ਉਹਨਾਂ ਦਾ। ਤੁਲਾਵਾ ਜਿਹੜੀ ਡਾਇਨੈਸਟੀ ਹੈ, ਠੀਕ ਹੈ, ਉਹਦੇ ਵਿੱਚ ਇਹਨਾਂ ਦੇ ਵਿੱਚੋਂ ਕਿਹੜਾ ਅੰਪਾਇਰ ਨਹੀਂ ਹੈਗਾ? ਦੇਵਰਾਏ ਦਾ ਵੀ ਹੈਗਾ ਸੀ, ਵੀਰ ਨਰਸਿਮਾ ਵੀ ਹੈਗਾ ਸੀ, ਕ੍ਰਿਸ਼ਨ ਦੇਵ ਰਾਏ ਵੀ ਹੈਗਾ ਸੀ ਕਿ ਕ੍ਰਿਸ਼ਨ ਰਾਏ ਨਹੀਂ ਹੈਗਾ ਸੀ ਇਹਨਾਂ ਦੇ ਵਿੱਚੋਂ। ਇਹਨਾਂ ਨੇ ਇਹ ਪੁੱਛਿਆ ਕਿ ਕਿਹੜਾ ਨਹੀਂ ਹੈਗਾ ਸੀ ਤੁਲਬਾ ਡਾਇਨੈਸਟੀ ਦਾ ਮਤਲਬ ਰਾਜਾ ਜਾਂ ਅੰਪਾਇਰ। ਤਾਂ ਕ੍ਰਿਸ਼ਨ ਰਾਏ ਨਹੀਂ ਹੈਗਾ ਸੀ, ਬਾਕੀ ਸਾਰੇ ਹੈਗੇ ਸੀ। ਅਤੇ ਇਹ ਤੁਲਬਾ ਡਾਇਨੈਸਟੀ ਦੇ ਵਿੱਚ ਸਭ ਤੋਂ ਵੀਰ ਜਿਹੜਾ ਸਭ ਤੋਂ ਬਹਾਦਰ ਸੀ ਉਹ ਕਿਹੜਾ ਹੈਗਾ ਸੀ? ਉਹ ਹੈਗਾ ਜੀ ਕ੍ਰਿਸ਼ਨ ਦੇਵ ਰਾਏ। ਠੀਕ ਹੈ। ਇਸ ਤੋਂ ਬਾਅਦ ਵਿੱਚ ਇਹਦਾ ਫੋਲੋਇੰਗ ਲੀਡ ਦਾ ਚੌਥਾ ਸੈਸ਼ਨ ਹੋਇਆ ਸੀ ਜਿਹੜਾ ਇੰਡੀਅਨ ਨੈਸ਼ਨਲ ਕਾਂਗਰਸ ਦਾ, ਜਿਹਦੀ 1885 ਦੇ ਵਿੱਚ ਫਾਊਂਡ ਕੀਤਾ ਗਿਆ ਸੀ। ਠੀਕ ਹੈ ਜੀ। ਅਤੇ ਏਓ ਹਿਊਮ ਸੀ ਜਿਹੜਾ, ਉਹ ਇਹਦਾ ਸੰਸਥਾਪਕ ਸੀ। ਠੀਕ ਹੈ ਜੀ।
1885 ਦੇ ਵਿੱਚ ਸਟੈਬਲਿਸ਼ ਕੀਤੀ ਗਈ ਸੀ। ਏ.ਓ ਹਿਊਮ ਇਹਦਾ ਸੰਸਥਾਪਕ ਸੀ। ਅਤੇ ਹੋਰ ਕੀ ਸੀ INC ਦੇ ਵਿੱਚ, ਹਾਂ BCMA। ਸਭ ਤੋਂ ਪਹਿਲਾਂ ਬੰਬੇ ਦੇ ਵਿੱਚ, ਫਿਰ ਕਲਕੱਤਾ ਦੇ ਵਿੱਚ, ਫਿਰ ਮਦਰਾਸ ਦੇ ਵਿੱਚ, ਫਿਰ ਇਲਾਹਾਬਾਦ ਦੇ ਵਿੱਚ। 4 ਸੈਸ਼ਨ ਹੋਏ ਸੀ ਪਹਿਲੇ ਸੈਸ਼ਨ ਦੇ ਵਿੱਚ ਤਾਂ ਹੈਗਾ ਸੀ BC ਬੈਨਰਜੀ। ਦੂਜਾ ਸੈਸ਼ਨ ਦਾ ਹੈਗਾ ਸੀ ਦਾਦਾ ਭਾਈ ਨਰੋਜੀ, ਠੀਕ ਹੈ। ਤੀਜੇ ਦੇ ਵਿੱਚ ਹੈਗਾ ਤਾਇਬਜੀ। ਚੌਥੇ ਦੇ ਵਿੱਚ ਹੈਗਾ ਸੀ ਆਪਣਾ ਜਾਰਜ ਜੂਲ, ਠੀਕ ਹੈ, ਜਾਰਜ ਜੂਲ। ਪਹਿਲਾ ਸੈਸ਼ਨ ਹੋਇਆ ਸੀ 1885 ਦੇ ਵਿੱਚ, ਦੂਜਾ ਸੈਸ਼ਨ ਹੋਇਆ ਸੀ 1886 ਦੇ ਵਿੱਚ, ਤੀਸਰਾ ਹੋਇਆ ਸੀ 1887 ਦੇ ਵਿੱਚ, ਚੌਥਾ ਹੋਇਆ ਸੀ 1888 ਦੇ ਵਿੱਚ। ਇਹ 4 ਸੈਸ਼ਨ ਹੋਏ ਸੀ INC ਦੇ, ਇੰਡੀਅਨ ਨੈਸ਼ਨਲ ਕਾਂਗਰਸ। 1885 ਦੇ ਵਿੱਚ ਫਾਊਂਡਰ ਕੌਣ ਸੀ? ਏ.ਓ ਹਿਊਮ ਸੀ। ਪਹਿਲਾ ਸੈਸ਼ਨ ਹੋਇਆ ਸੀ ਬੰਬੇ ਦੇ ਵਿੱਚ, ਦੂਜਾ ਹੋਇਆ ਸੀ ਕਲਕੱਤੇ ਦੇ ਵਿੱਚ, ਤੀਸਰਾ ਹੋਇਆ ਸੀ ਮਦਰਾਸ ਦੇ ਵਿੱਚ, ਚੌਥਾ ਹੋਇਆ ਸੀ ਇਲਾਹਾਬਾਦ ਦੇ ਵਿੱਚ। ਪਹਿਲੇ ਸਮੇਂ ਪ੍ਰਧਾਨ ਸੀ, ਆਏ ਸਾਲ ਇੱਕ ਪ੍ਰਧਾਨ ਬਦਲਿਆ ਜਾਂਦਾ ਸੀ। ਪਹਿਲੇ ਸਾਲ ਸੀ BC ਬੈਨਰਜੀ, ਦੂਜੇ ਸਾਲ ਦਾਦਾ ਭਾਈ ਨਰੋਜੀ, ਤੀਸਰੇ ਸਾਲ ਤਾਇਪਜੀ। ਜਿਹਦਾ ਪੁੱਛਣਾ ਪਹਿਲੇ ਮੁਸਲਿਮ ਕੌਣ ਸੀ, ਪਹਿਲੇ ਮੁਸਲਮਾਨ ਕੌਣ ਸੀ INC ਦੇ ਪ੍ਰਧਾਨ, ਫਿਰ ਵੀ ਆਊਗਾ ਬਦਰੁਦੀਨ ਤਪੈਜੀ। ਜੇ ਪੁੱਛਣਾ ਨਾ INC ਦੇ ਪਹਿਲੇ ਇੰਗਲਿਸ਼ ਜਾਂ ਫੋਰਨ ਬਾਹਰਲੇ ਪਹਿਲਾਂ ਇੰਗਲਿਸ਼ ਪ੍ਰਧਾਨ ਕੌਣ ਸੀ, ਉਹ ਹੈਗੇ ਸੀ ਜਾਰਜ ਜੂਲ। ਇਹ ਗੱਲ ਵੀ ਯਾਦ ਰੱਖਣੀ ਹੈ। ਨਾਲ ਆ ਵੀ ਯਾਦ ਰੱਖਣੇ, INC ਦੇ ਲੈਕਚਰ ਸਪੈਸ਼ਲ ਲੱਗੇ ਹੋਏ ਲਾ ਲਿਓ ਬੱਚਿਓ, ਜਿਹਨੇ ਨਹੀਂ ਲਾਏ ਹਿਸਟਰੀ ਦੇ ਲੈਕਚਰ 'ਚ ਪਏ ਆ। ਦੇਖੋ ਵਿੱਚ ਇਹਦਾ ਫੋਲੋਵਿੰਗ ਲੀਡਰ 4th ਸੈਸ਼ਨ ਚਲਾਇਆ ਸੀ, ਠੀਕ ਹੈ, INC ਦਾ। ਅਤੇ ਇਹ ਕਿਹਨੇ ਚਲਾਇਆ ਸੀ ਭਾਈ? ਇਹ ਚਲਾਇਆ ਸੀ ਆਪਣੇ BC। ਚੌਥੇ ਸੈਸ਼ਨ ਦੇ ਵਿੱਚ ਆਪਣਾ ਕਿਹੜਾ ਸੀ? ਜਾਰਜ ਜੂਲ, ਠੀਕ ਹੈ। ਇਹ ਪਹਿਲਾਂ ਇੰਗਲਿਸ਼ ਸੀ, ਇਹ ਗੱਲ ਵੀ ਯਾਦ ਰੱਖਣੀ ਹੈ। BC ਬੈਨਰਜੀ ਪਹਿਲੇ ਸੈਸ਼ਨ ਦੇ ਵਿੱਚ ਸੀ, ਦਾਦਾ ਭਾਈ ਨਰੋਜੀ ਸੈਕਿੰਡ ਸੈਸ਼ਨ ਦੇ ਵਿੱਚ ਸੀ, ਬਦਰੁਦੀਨ ਤਪੈਜੀ 3rd ਸੈਸ਼ਨ ਦੇ ਵਿੱਚ ਸੀ। ਇਹ ਪਹਿਲੇ ਮੁਸਲਿਮ ਸੀ, ਠੀਕ ਹੈ ਜੀ। ਮੁਸਲਿਮ ਤੋਂ ਵੀ ਪ੍ਰਸ਼ਨ ਪੁੱਛ ਸਕਦੇ ਆ। ਇਸ ਤੋਂ ਬਾਅਦ ਅਗਲਾ ਵਿੱਚ ਇਹਦਾ ਫੋਲੋਵਿੰਗ ਮੂਵਮੈਂਟ ਨੋਨ ਐਸ ਅਗਸਤ ਰੈਵੋਲੂਸ਼ਨ। ਇਹਨਾਂ ਦੇ ਵਿੱਚੋਂ ਕਿਹੜੀ ਮੂਵਮੈਂਟ ਹੈ ਜਿਹੜੀ ਕਹਿੰਦੇ ਅਗਸਤ ਰੈਵੋਲੂਸ਼ਨ ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ? ਨੋਨ ਕੋਆਪਰੇਸ਼ਨ, ਸਾਲਟ, ਸੈਲਫ ਰੂਲ ਕਿ ਕਿਊਟ ਇੰਡੀਆ ਮੂਵਮੈਂਟ? ਕਿਹੜੀ ਹੈ ਭਾਈ ਜਿਹੜੀ ਅਗਸਤ ਰੈਵੋਲੂਸ਼ਨ ਦੇ ਨਾਮ ਨਾਲ ਵੀ ਜਾਣੀ ਜਾਂਦੀ ਹੈ? ਇਹਨਾਂ ਦੇ ਵਿੱਚ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਕਿ ਕਿਹੜੀ ਸੀ ਜਿਹੜੀ ਅਗਸਤ ਦੇ ਵਿੱਚ ਸ਼ੁਰੂ ਹੋਈ ਸੀ। ਜਿਹੜੀ ਕਿਊਟ ਇੰਡੀਆ ਮੂਵਮੈਂਟ ਆ ਭਾਈ, ਇਹ 8 ਅਗਸਤ 1942 ਨੂੰ ਸ਼ੁਰੂ ਹੋਈ ਸੀ, ਜਿਹਦੇ ਵਿੱਚ ਮਹਾਤਮਾ ਗਾਂਧੀ ਨੇ ਨਾਅਰਾ ਦਿੱਤਾ ਸੀ ਕਰੋ ਜਾਂ ਮਰੋ, ਠੀਕ ਹੈ। ਇਹ ਗੱਲ ਵੀ ਯਾਦ ਰੱਖਣੀ ਹੈ। ਤਾਂ ਇਹ ਜਿਹੜੀ ਹੈ ਕਿਊਟ ਇੰਡੀਆ ਮੂਵਮੈਂਟ ਸੀ ਭਾਈ, ਜਿਹੜੀ ਕਿ ਅਗਸਤ ਰੈਵੋਲੂਸ਼ਨ ਦੇ ਨਾਲ ਵੀ ਜਾਣੀ ਜਾਂਦੀ ਹੈ। ਇੱਕ ਪੁੱਛਿਆ ਜਾਂਦਾ ਕਿ ਸੈਲਫ ਰੂਲ ਮੂਵਮੈਂਟ ਇਹ ਚਲਾਈ ਸੀ ਜਵਾਹਰ ਲਾਲ ਨਹਿਰੂ ਨੇ, ਇਹ ਵੀ ਯਾਦ ਰੱਖਣੀ ਹੈ। ਸਾਲਟ ਸੱਤਿਆਗ੍ਰਹਿ ਚੰਪਾਰਨ ਤੋਂ ਚੱਲਿਆ ਸੀ, ਇਹ ਗਾਂਧੀ ਜੀ ਨੇ ਚਲਾਇਆ ਸੀ। ਨੋਨ ਕੋਆਪਰੇਸ਼ਨ ਵੀ 1920 ਦੇ ਵਿੱਚ ਚੱਲੀ ਸੀ, ਠੀਕ ਹੈ ਜੀ। ਨਾ ਮਿਲਵਰਤਨ ਅੰਦੋਲਨ। ਇਸ ਤੋਂ ਬਾਅਦ ਅੱਗੇ ਆ ਗਏ ਆਪਾਂ ਵਾਈਲ ਸਾਲਟ ਮੂਵਮੈਂਟ ਵਿੱਚ ਦਾ ਫੋਲੋਵਿੰਗ ਲੀਡ ਆਫਟਰ ਅਰੈਸਟ ਆਫ ਮਹਾਤਮਾ ਗਾਂਧੀ। ਗਾਂਧੀ ਜੀ ਦੀ ਗ੍ਰਿਫਤਾਰੀ ਤੋਂ ਬਾਅਦ ਕਿਸ ਨੇ ਇਸ ਸੱਤਿਆਗ੍ਰਹਿ ਨੂੰ ਸੰਭਾਲਿਆ ਸੀ? ਗਾਂਧੀ ਜੀ ਨੂੰ ਗ੍ਰਿਫਤਾਰ ਕਰ ਲਿਆ ਸੀ। ਗ੍ਰਿਫਤਾਰ ਜਦੋਂ ਕਰ ਲਿਆ ਭਾਈ ਗਾਂਧੀ ਜੀ ਨੂੰ, ਉਸ ਤੋਂ ਬਾਅਦ ਕੀ ਹੋਇਆ? ਉਹਨਾਂ ਨੂੰ ਸੱਤਿਆਗ੍ਰਹਿ ਕਿਸੇ ਹੋਰ ਨੂੰ ਸੰਭਾਲਣਾ ਪਿਆ। ਅਤੇ ਉਹ ਬੰਦਾ ਕਿਹੜਾ ਸੀ ਜਿਹਨੇ ਸੱਤਿਆਗ੍ਰਹਿ ਸੰਭਾਲਿਆ ਸੀ? ਠੀਕ ਹੈ, ਸਾਲਟ ਸੱਤਿਆਗ੍ਰਹਿ ਦੀ ਗੱਲ ਕਰਦੇ ਹਾਂ, ਜਿਹੜਾ ਇਹਨੇ ਚਲਾਇਆ ਸੀ। ਸਰੋਜਨੀ ਨਾਇਡੂ, ਮਣੀਪਾਲ, ਗਫਾਰ ਖਾਨ ਕਿ ਬਦਰੁਦੀਨ ਤਪੈਜੀ? ਤਾਂ ਇਹਦਾ ਆਨਸਰ ਹੈਗਾ ਭਾਈ A ਨੰਬਰ ਆਪਸ਼ਨ, ਜਿਹੜਾ ਸਰੋਜਨੀ ਨਾਇਡੂ ਸੀ ਭਾਈ, ਇਹਨੇ ਚਲਾਈ ਸੀ ਇਹ ਆਪਣੀ। ਇਸ ਤੋਂ ਬਾਅਦ ਸਾਲਟ ਸੱਤਿਆਗ੍ਰਹਿ ਨੂੰ ਸੰਭਾਲਿਆ ਸੀ, ਠੀਕ ਹੈ। 1924 ਦੇ ਵਿੱਚ ਇਹ INC ਦੀ ਪ੍ਰਧਾਨ ਵੀ ਬਣੀ ਸੀ ਸਰੋਜਨੀ ਨਾਇਡੂ, ਠੀਕ ਹੈ। ਇਹ ਗੱਲ ਵੀ ਯਾਦ ਰੱਖਣੀ ਹੈ। ਇਸ ਤੋਂ ਬਾਅਦ ਅਗਲਾ ਹੂ ਇਜ਼ ਦਾ ਰਾਈਟਰ ਆਫ ਦਾ ਰਘੂਪਤੀ ਰਾਘਵ ਰਾਜਾ ਰਾਮ? ਰਘੂਪਤੀ ਰਾਘਵ ਰਾਜਾ ਰਾਮ ਇਹ ਸੁਣਦੇ ਹੁੰਦੇ ਨੇ ਗੀਤ, ਕਹਿੰਦੇ ਗੀਤ ਦਾ ਰਾਈਟਰ ਕੌਣ ਆ, ਕਿਹਨੇ ਲਿਖਿਆ ਇਹ ਗੀਤ? ਕਹਿੰਦੇ ਵਿਸ਼ਨੂੰ ਦਿਗੰਬਰ, ਤੁਲਸੀਦਾਸ, ਨਰਸੀ ਮਹਿਤਾ ਕਿ MK ਗਾਂਧੀ? ਇਹ ਆਮ ਹੀ ਆਪਾਂ ਸੁਣਦੇ ਹੁੰਦੇ ਸੀ, ਰਘੂਪਤੀ ਰਾਘਵ ਰਾਜਾ ਰਾਮ, ਜਦੋਂ ਕਿ ਭਜਨ ਕਰਦੇ ਉਦੋਂ ਗੀਤ ਗਾਉਂਦੇ ਹੁੰਦੇ ਆ। ਤਾਂ ਭਾਈ ਇਹ ਜਿਹੜੇ ਗੀਤ ਗਾਏ ਇਹ ਗਾਇਆ ਜਾਂਦਾ ਗਾ ਰਘੂਪਤੀ ਰਾਘਵ ਰਾਜਾ ਰਾਮ। ਅਤੇ ਇਹ ਜਿਹੜਾ ਗੀਤ ਗਾਇਆ ਜਾਂਦਾ ਭਾਈ, ਇਹਦੇ ਵਿੱਚ ਮਤਲਬ ਕਿਹਨੇ ਲਿਖਿਆ ਸੀ ਇਹ ਗੀਤ? ਇਹ ਲਿਖਿਆ ਸੀ ਆਪਣਾ A ਨੰਬਰ ਆਪਸ਼ਨ ਨੇ, ਵਿਸ਼ਨੂੰ ਦਿਗੰਬਰ ਪਲਸ਼ੂਕਰ। ਵਿੱਚ ਇਹਦਾ ਫੋਲੋਵਿੰਗ ਦਾ ਮੁਗਲ ਅੰਪਾਇਰ ਹੈਜ਼ ਇੰਟਰੋਡਿਊਸ ਇਹ ਕੋਇਨ ਨੇਮਡ ਅੰਨਾ। ਆਪਾਂ ਕਹਿੰਦੇ 4 ਅੰਨੇ ਦੀ ਚੀਜ਼ ਆ, 5 ਅੰਨਿਆਂ ਦੀ ਚੀਜ਼ ਹੈ ਅੰਨਾ। ਕਹਿੰਦੇ ਜਿਹੜੀ ਅੰਨਾ ਸੀ ਇਹ ਕਿਹਨੇ ਇੰਟਰੋਡਿਊਸ ਕਰਾਇਆ ਸੀ? ਇੱਕ ਸਿੱਕਾ ਚਲਾਇਆ ਸੀ। ਸਿੱਕਾ ਕਿਹੜਾ ਚਲਾਇਆ ਸੀ? ਆਨੇ ਵੀ ਕਹਿ ਦਿੰਦੇ ਆਪਾਂ। ਆਪਣੇ ਦਾਦਾ ਪੜਦਾਦੇ ਨੂੰ ਪਤਾ ਹੋਊ ਅੰਨੇ ਕੀ ਹੁੰਦੇ ਆ, ਆਨੇ ਕੀ ਹੁੰਦੇ ਆ। ਅਕਬਰ, ਜਹਾਂਗੀਰ, ਸ਼ਾਹਜਹਾਂ ਕਿ ਔਰੰਗਜ਼ੇਬ? ਤਾਂ ਵੀ ਜਿਹੜੇ ਅੰਨੇ ਚਲਾਏ ਸੀ ਇਹ ਚਲਾਏ ਸੀ ਅਕਬਰ ਨੇ, ਠੀਕ ਹੈ। ਅਤੇ ਜਿਹੜੀ ਆਪਣੀ ਕਰੰਸੀ ਹੈ ਰੁਪਈਆ ਕਰੰਸੀ ਆਪਣੀ ਕਿਹਨੇ ਚਲਾਈ ਸੀ? ਇਹ ਚਲਾਈ ਸੀ ਸ਼ੇਰ ਸ਼ਾਹ ਸੂਰੀ। ਸ਼ੇਰ ਸ਼ਾਹ ਸੂਰੀ ਨੇ ਆਪਣੀ ਜਿਹੜੀ ਕਰੰਸੀ ਚੱਲ ਰਹੀ ਹੈ ਅੱਜ ਦੇ ਟਾਈਮ ਦੇ ਵਿੱਚ ਰੁਪਈਆ ਕਰੰਸੀ, ਇਹ ਚਲਾਈ ਸੀ ਸ਼ੇਰ ਸ਼ਾਹ ਸੂਰੀ ਨੇ, ਠੀਕ ਹੈ। ਅਤੇ 1 ਰੁਪਈਏ ਦੇ ਵਿੱਚ ਕਿੰਨੇ ਆਨੇ ਹੁੰਦੇ ਆ? 1 ਰੁਪਈਏ ਦੇ ਵਿੱਚ 4 ਆਨੇ ਹੁੰਦੇ ਆ, ਇਹ ਗੱਲ ਵੀ ਯਾਦ ਰੱਖਣੀ ਹੈ। ਅਤੇ 1 ਆਨਾ ਕਿੰਨੇ ਰੁਪਈਏ ਦਾ ਹੁੰਦਾ ਗਾ?
ਇੱਕ ਆਨਾ ਹੁੰਦਾ 25 ਪੈਸਿਆਂ ਦਾ। ਇਹ ਗੱਲ ਯਾਦ ਰੱਖਣੀ ਹੈ। 1 ਰੁਪਏ ਦੇ ਵਿੱਚ 100 ਪੈਸੇ ਹੁੰਦੇ ਆ। ਕਿੰਨੇ ਆਨੇ ਹੋ ਗਏ? 4 ਆਨੇ ਹੋ ਗਏ। ਇੱਕ ਆਨਾ ਕਿੰਨੇ ਦਾ ਹੁੰਦਾ? 25 ਪੈਸੇ ਦਾ ਹੁੰਦਾ। ਰੁਪਈਆ ਜਿਹੜੀ ਕਰੰਸੀ ਸੀ ਕਿਹਨੇ ਚਲਾਈ ਸੀ? ਸ਼ੇਰਸ਼ਾਹ ਸੂਰੀ ਨੇ। ਅਤੇ ਸਿੱਕੇ ਕਿਹਨੇ ਲਾਂਚ ਕੀਤੇ? ਸਿੱਕਿਆਂ ਦੀ ਗੱਲ ਕਰ ਰਹੇ ਨੇ ਇੱਥੇ ਕਿ ਅੰਨਿਆਂ ਦੇ ਸਿੱਕੇ ਚਲਾਏ ਸੀ। ਇੰਨੇ ਆਨੇ ਦਾ ਇੱਕ ਸਿੱਕਾ ਹੋਊਗਾ, ਇਹ ਚਲਾਇਆ ਸੀ ਅਕਬਰ ਨੇ। ਹੂ ਹੈਜ਼ ਇਸਟੈਬਲਿਸ਼, ਇਸਟੈਬਲਿਸ਼ ਮੈਨੇ ਹੁੰਦਾ ਕਿਸੇ ਚੀਜ਼ ਨੂੰ ਸਥਾਪਿਤ ਕਰਨਾ, ਕਿਸੇ ਚੀਜ਼ ਨੂੰ ਲਗਾਉਣਾ। ਹੋਮ ਰੂਲ ਮੂਵਮੈਂਟ ਇਜ ਪੁਣੇ ਐਂਡ ਬੈਲਗਾਉਨ, ਤਾਂ ਇਹ ਵੀ ਕਿਹਨੇ ਚਲਾਈ ਸੀ? ਇਹ ਚਲਾਈ ਸੀ ਬੀਜੀ ਤਿਲਕ, ਐਨੀ ਬਸੈਂਟ, ਸੋਹਣ ਸਿੰਘ ਭਕਨਾ, ਲਾਲਾ ਲਾਜਪਤ ਰਾਏ। ਜਿਹੜੀ ਹੋਮ ਰੂਲ ਸੀ ਭਾਈ, ਹੋਮ ਰੂਲ ਮੂਵਮੈਂਟ ਸੀ, ਇਹ ਚਲਾਈ ਸੀ 2 ਜਣੇ ਨੇ ਮਿਲ ਕੇ। ਇਹਨੇ ਬਾਲ ਗੰਗਾਧਰ ਤਿਲਕ ਅਤੇ ਐਨੀ ਬਸੈਂਟ। ਪਰ ਮੇਨ ਤੌਰ 'ਤੇ ਦੇਖੋ ਬੱਚਿਓ, ਕਈ ਵਾਰੀ ਨਾ ਆਪਸ਼ਨ ਦੇ ਵਿੱਚ ਬਾਲ ਗੰਗਾਧਰ ਤਿਲਕ ਨਹੀਂ ਦਿੰਦੇ SSC ਵਾਲੇ ਉਲਝਾਉਣ ਦੇ ਬਾਰੇ ਬੱਚਿਆਂ ਨੂੰ, ਤਾਂ ਉੱਥੇ ਐਨੀ ਬਸੈਂਟ ਦੇ ਦਿੰਦੇ। ਜੇ ਐਨੀ ਬਸੈਂਟ ਪਿਆ ਤਾਂ ਉਹ ਵੀ ਆਨਸਰ ਸਹੀ ਹੈਗਾ, ਦੋਨਾਂ ਨੇ ਰਲ ਕੇ ਚਲਾਈ ਸੀ। ਠੀਕ ਹੈ। ਇਸ ਤੋਂ ਬਾਅਦ ਕੀ ਹੋਇਆ? ਅਤੇ ਇੰਗਲੈਂਡ ਦੇ ਵਿੱਚ ਇੱਕ ਰਾਈਟਰ ਸੀ, ਉਹਦਾ ਨਾਂ ਭੁੱਲ ਗਿਆ, ਮੇਰੇ ਦਿਮਾਗ 'ਚ ਸਕਿਪ ਹੋ ਗਿਆ। ਉਹਨੇ ਨਾ ਇਹ 'ਤੇ ਬੁੱਕ ਲਿਖਤੀ ਸੀ ਆਪਣੇ, ਦੇ ਬਾਲ ਗੰਗਾਧਰ ਤਿਲਕ ਨੇ, ਕਿ ਪੰਜਾਬ ਦੇ ਵਿੱਚ ਜਾਂ ਇੰਡੀਆ ਦੇ ਵਿੱਚ ਜਿੰਨੇ ਵੀ ਗਲਤ ਕੰਮ ਹੋ ਰਹੇ ਨੇ ਉਹਦੇ ਸਾਰੇ ਦੀ ਜੜ ਇਹ ਹੈਗੀ ਬਾਲ ਗੰਗਾਧਰ ਤਿਲਕ ਹੈਗਾ। ਠੀਕ ਹੈ। ਤਾਂ ਇਹ 'ਤੇ ਕੇਸ ਕਰਨ ਵਾਸਤੇ ਉੱਧਰ ਭੱਜ ਗਿਆ ਸੀ ਇੰਗਲੈਂਡ, ਤਾਂ ਇੱਧਰੋਂ ਫਿਰ ਐਨੀ ਬਸੈਂਟ ਇਕੱਲੀ ਰਹੇਗੀ। ਅਤੇ ਇਦੋਂ ਬਾਅਦ ਰੂਲ ਇਹ ਮਤਲਬ ਜਿਹੜੀ ਹੋਮ ਰੂਲ ਸੀ ਇਹ ਸਾਰਾ ਖਤਮ ਹੀ ਹੋ ਗਿਆ ਸੀ ਕੰਮ। ਠੀਕ ਹੈ ਜੀ। ਅਤੇ ਇਹਦਾ ਆਨਸਰ ਆ ਜਾਊਗਾ A ਨੰਬਰ ਆਪਸ਼ਨ। ਅਤੇ ਜੇ A ਨੰਬਰ ਆਪਸ਼ਨ ਨਹੀਂ ਹੈਗਾ ਅਤੇ ਐਨੀ ਬਸੈਂਟ ਪਿਆ ਤਾਂ ਇਹ ਵੀ ਸਹੀ ਮੰਨਿਆ ਜਾਊਗਾ। ਹੂ ਹੈਜ਼ ਇਸਟੈਬਲਿਸ਼ ਕੀਰਤੀ ਸਤੰਭ, ਵੈਰੀ ਵੈਰੀ ਇੰਪੋਰਟੈਂਟ। ਜਿਹੜਾ ਕੀਰਤੀ ਸਤੰਭ ਹੈ ਇਹ ਕਿਸ ਦੁਆਰਾ ਲਗਾਇਆ ਗਿਆ ਸੀ? ਮਹਾਰਾਣਾ ਪ੍ਰਤਾਪ, ਰਾਣਾ ਸਾਂਗਾ, ਰਾਣਾ ਬੀਰਸਾਲ ਕਿ ਰਾਣਾ ਖੁੰਬਾ। ਤਾਂ ਜਿਹੜਾ ਕੀਰਤੀ ਸਤੰਭ ਆ ਇਹ ਬਣਾਇਆ ਗਿਆ ਸੀ ਭਾਈ ਰਾਣਾ ਖੁੰਬਾ ਦੁਆਰਾ। ਠੀਕ ਹੈ। D ਨੰਬਰ ਆਪਸ਼ਨ ਬਿਲਕੁਲ ਸਹੀ ਆਨਸਰ ਆ। ਬਹੁਤ ਇੰਪੋਰਟੈਂਟ ਪੋਜੀਸ਼ਨ ਆ ਬੱਚੋ, ਸਾਰੇ ਧਿਆਨ ਨਾਲ ਕਰਨੇ ਆ, ਕੋਈ ਵੀ ਜਲਦਬਾਜ਼ੀ ਨਹੀਂ ਕਰਨੀ। ਠੀਕ ਹੈ। ਅਤੇ ਰਹੀ ਗੱਲ ਰਾਮਾਇਣ ਵਾਲੀ, ਤੁਹਾਨੂੰ ਦੱਸ ਦਿਓ, ਸੁਣਾ ਦੂੰਗਾ ਜੇ ਤੁਹਾਨੂੰ ਵਧੀਆ ਲੱਗੀ ਤਾਂ। ਹੂ ਹੈਜ਼ ਐਕਸਪੈਕਟਡ ਆਫ ਦਾ ਟਾਈਟਲ ਆਫ ਜ਼ਿਲ੍ਹੇ ਇਲਾਹੀ, ਜ਼ਿਲ੍ਹੇ-ਏ-ਇਲਾਹੀ ਦਾ ਟਾਈਟਲ ਅਸੀਂ ਜਿਹੜਾ ਇਹ ਕਿਹਨੇ ਲਿੱਤਾ ਸੀ? ਇਹਨੇ ਸੈਲੈਕਟ ਕੀਤਾ ਸੀ ਕਿ ਇਹ ਟਾਈਟਲ ਦਿੱਤਾ ਜਾਵੇ। ਤਾਂ ਇਹ ਟਾਈਟਲ ਦਿੱਤਾ ਜਾਂਦਾ ਵੀ ਬਣਬਨ ਨੂੰ, ਕੁਤਬੁਦੀਨ ਐਬਕ, ਸ਼ਾਹਜਹਾਂ ਕੇ ਅਕਬਰ। ਤਾਂ ਇਹ ਦਿੱਤਾ ਜਾਂਦਾ ਵੀ ਬਲਬਨ ਨੂੰ। ਠੀਕ ਹੈ। ਇਹ ਗੱਲ ਯਾਦ ਰੱਖਣੀ ਹੈ। ਜ਼ਿਲ੍ਹੇ ਇਲਾਹੀ। ਠੀਕ ਹੈ। ਜ਼ਿਲ੍ਹੇ ਇਲਾਹੀ ਕਿਹਾ ਜਾਂਦਾ ਬਣਬਨ ਨੂੰ। ਇਸ ਤੋਂ ਬਾਅਦ ਵਿੱਚ ਇਹਦਾ ਫੋਲੋਇੰਗ ਦਾ ਫਸਟ ਸਪਾਈ ਬੇਸ ਬੁੱਕ ਰਿਟਨ ਸੰਸਕ੍ਰਿਤ ਦੇ ਵਿੱਚ, ਕਹਿੰਦੇ ਆਪਣੀ ਕਿਹੜੀ ਉਹ ਪਹਿਲੀ ਸਪਾਈ ਬੇਸਡ ਬੁੱਕ ਹੈਗੀ ਜਿਹੜੀ ਕਿ ਸੰਸਕ੍ਰਿਤ ਭਾਸ਼ਾ ਦੇ ਵਿੱਚ ਲਿਖੀ ਹੋਈ ਹੈ? ਤਾਂ ਉਹ ਬੁੱਕ ਦਾ ਨਾਮ ਕੀ ਹੈ? ਮੁਦਰਾ ਰਾਕਸ਼ਿਸ਼, ਮੰਚ, ਅਰਥਸ਼ਾਸਤਰ ਕਿ ਕੋਈ ਨਹੀਂ। ਠੀਕ ਹੈ। ਤਾਂ ਮੁਦਰਾ ਰਾਕਸ਼ਿਸ਼ ਕਾਲੀਦਾਸ ਦੀ ਲਿਖੀ ਹੋਈ ਹੈ ਸ਼ਾਇਦ, ਹੈ ਨਾ। ਤਾਂ ਇਹਦਾ ਆਨਸਰ ਮੁਦਰਾ ਰਾਕਸ਼ਿਸ਼। ਅਰਥਸ਼ਾਸਤਰ ਕਿਹਨੇ ਲਿਖੀ? ਕੌਟਲਿਆ ਨੇ। ਇਹ ਗੱਲ ਯਾਦ ਰੱਖਣੀ ਹੈ, ਬਹੁਤ ਇੰਪੋਰਟੈਂਟ ਪ੍ਰਸ਼ਨ ਆ ਭਾਈ। ਸਰਦੇਸ਼ ਮੁਖੀ ਦਾ ਰੈਵਨਿਊ ਸਿਸਟਮ ਆਫ ਵਿੱਚ ਹੂਮ, ਕਹਿੰਦੇ ਸਰਦੇਸ਼ ਮੁਖੀ ਇੱਕ ਰੈਵਨਿਊ ਖੇਤੀਬਾੜੀ ਨਾਲ ਸੰਬੰਧਿਤ ਇੱਕ ਸਿਸਟਮ ਚਲਾਇਆ ਗਿਆ ਸੀ। ਇਹ ਕਿਹਨਾਂ ਨੇ ਚਲਾਇਆ ਸੀ? ਇਹ ਚਲਾਇਆ ਸੀ ਮਰਾਠਾ ਨੇ। ਇਹਦੇ ਵਿੱਚ ਕੀ ਹੁੰਦਾ ਸੀ? ਇਹਦੇ ਵਿੱਚ ਆਪਣੀ ਕਮਾਈ ਦਾ ਹਿੱਸਾ ਦੇਣਾ ਹੁੰਦਾ ਸੀ ਸਰਕਾਰ ਨੂੰ। ਠੀਕ ਹੈ। ਬਸ ਇਹ ਪੁੱਛਿਆ ਜਾਊਗਾ ਕਿ ਸਰਦੇਸ਼ ਮੁਖੀ ਰੈਵਨਿਊ ਸਿਸਟਮ ਹੈ ਇਹ ਕਿਹਦੇ ਦੁਆਰਾ ਚਲਾਇਆ ਗਿਆ ਸੀ? ਮਰਾਠਿਆਂ ਦੁਆਰਾ, ਸ਼ਿਵਾਜੀ ਦੁਆਰਾ। ਇਸ ਤੋਂ ਬਾਅਦ ਆ ਗਿਆ ਰਾਮਾਨੁਜ। ਰਾਮਾਨੁਜ ਅਵਾਰਡ ਐਸੋਸੀਏਟਡ ਵਿਦ ਵਿੱਚ ਫੋਲੋਇੰਗ। ਜਿਹੜਾ ਰਾਮਾਨੁਜ ਅਵਾਰਡ ਹੈ ਇਹ ਜੇ ਪੱਕਾ ਪੁੱਛਿਆ ਜਾਂਦਾ ਹੁੰਦਾ। ਰਾਮਾਨੁਜ ਅਵਾਰਡ ਹੈ ਜਿਹੜਾ ਭਾਈ ਇਹ ਕਿਹੜੇ ਖੇਤਰ ਦੇ ਵਿੱਚ ਦਿੱਤਾ ਜਾਂਦਾ ਹੈ? ਰਾਮਾਨੁਜ ਅਵਾਰਡ ਤਾਂ ਭਾਈ ਇਹ ਦਿੱਤਾ ਜਾਂਦਾ ਆਪਣਾ ਸਾਇੰਸ, ਐਗਰੀਕਲਚਰ, ਸੋਸ਼ਲ ਵੈਲਫੇਅਰ ਕਿ ਮੈਥਮੈਟਿਕਸ। ਤਾਂ ਭਾਈ ਇਹ ਦਿੱਤਾ ਜਾਂਦਾ ਆਪਣੇ ਮੈਥ ਦੇ ਵਿੱਚ। ਇਹ ਗੱਲ ਯਾਦ ਰੱਖਣੀ ਹੈ। ਜਿਹੜਾ ਇਹ ਭਾਈ ਲੈਕਚਰ ਇਹ ਉਹ ਹੈਗਾ ਰਾਮਾਨੁਜ ਪੁਰਸਕਾਰ ਹੈ, ਇਹ ਮੈਥ ਦੇ ਵਿੱਚ ਦਿੱਤਾ ਜਾਂਦਾ ਹੈ। ਇੱਕ ਪ੍ਰਸ਼ਨ ਹੋਰ ਆ ਜਾਂਦਾ ਕਿ ਜਿਹੜਾ ਰਾਮਾਨੁਜ ਪੁਰਸਕਾਰ ਹੁੰਦਾ ਮੈਥ ਦੇ ਵਿੱਚ ਕਿੰਨੇ ਸਾਲ ਦੀ ਉਮਰ ਤੱਕ ਦਿੱਤਾ ਜਾਂਦਾ? ਕਿੰਨੇ ਸਾਲ ਦੀ ਉਮਰ ਤੱਕ ਦਿੱਤਾ ਜਾਂਦਾ ਇਹ? ਤਾਂ ਭਾਈ ਜਿਹੜਾ ਇਹ ਦਿੱਤਾ ਜਾਂਦਾ ਗਾ ਇਹ ਦਿੱਤਾ ਜਾਂਦਾ ਗਾ 45 ਸਾਲ ਦੀ ਉਮਰ ਤੱਕ। ਇਹ ਗੱਲ ਯਾਦ ਰੱਖਣੀ ਹੈ, 45 ਸਾਲ ਦੀ ਉਮਰ ਤੱਕ ਇਹ ਦਿੱਤਾ ਜਾਂਦਾ ਹੈਗਾ। ਠੀਕ ਹੈ ਬੱਚਿਓ। ਤਾਂ ਇਹਦੇ ਨਾਲ ਅੱਜ ਆਪਣੇ 30 ਦੇ 30 MCQ ਕਵਰ ਹੋ ਗਏ। ਠੀਕ ਹੈ ਜੀ। ਅਤੇ ਸਾਰੇ ਬੱਚਿਆਂ ਨੇ ਇਹ ਧਿਆਨ ਨਾਲ ਲਾ ਲੈਣੇ, ਇੱਕ ਵਾਰੀ ਦੇਖ ਲਓ। PDF ਤੁਹਾਨੂੰ ਭਾਈ ਇਹਦਾ ਮੈਂ ਪ੍ਰੋਵਾਈਡ ਕਰਵਾ ਦੂੰਗਾ। ਠੀਕ ਹੈ ਜੀ। ਅਤੇ ਜੇ ਤੁਹਾਨੂੰ ਇਹ MCQ ਵਾਲੀ ਲੜੀ ਸਹੀ ਲੱਗੀ ਤਾਂ ਵੀ ਮੈਨੂੰ ਦੱਸ ਦਿਓ, ਜੇ ਵਧੀਆ ਨਾ ਲੱਗੀ ਤਾਂ ਵੀ ਦੱਸ ਦਿਓ। ਅਤੇ ਦੂਸਰੀ ਗੱਲ ਭਾਈ ਜਿਵੇਂ ਆਹ ਇੰਗਲਿਸ਼ ਚੱਲ ਰਹੀ ਹੈ, ਸੌਖੀ ਜਿਹੀ ਇੰਗਲਿਸ਼ ਹੈਗੀ, ਜੇ ਐਂ ਚੱਲੀ ਜਾਵੇ ਕੰਮ ਤਾਂ ਠੀਕ ਹੈ। ਅਤੇ ਜਿਹੜੀ ਕੋਈ ਲਾਈਨ ਔਖੀ ਹੋਇਆ ਕਰੂਗੀ, ਜਿਵੇਂ ਹੁਣ ਇੱਥੇ ਇੱਕ ਆਪਰੇਸ਼ਨ ਸੀ, ਠੀਕ ਹੈ, ਉਹ ਆ ਜਿਵੇਂ ਆਹ ਆਪਰੇਸ਼ਨ ਹੈਗਾ, ਇਹ ਮੈਨੂੰ ਲੱਗਿਆ ਸੀ ਕਿ ਤੁਹਾਨੂੰ ਸਮਝ ਨਹੀਂ ਆਉਂਦਾ ਵਿੱਚ ਜੀ ਫੋਲੋਵਿੰਗ ਲੀਡਰ ਵਾਜ ਨੋਟ ਐਸੀਨੇਟਡ, ਕਿ ਉਹ ਕਿਹੜਾ ਲੀਡਰ ਹੈ ਜਿਹਨੂੰ ਕਤਲ ਨਹੀਂ ਕੀਤਾ ਗਿਆ ਸੀ।
ਠੀਕ ਹੈ। ਜੇ ਕੋਈ ਵੱਡਾ ਆਪਰੇਸ਼ਨ ਹੋਇਆ ਕਰੂੰ ਮੈਂ ਪੰਜਾਬੀ ਦੇ ਵਿੱਚ ਕਨਵਰਟ ਕਰ ਦਿਆ ਕਰੂੰਗਾ। ਇਸ ਤਰ੍ਹਾਂ ਨਾਲ ਆਪਾਂ 1500 ਆਪਰੇਸ਼ਨ ਕਵਰ ਕਰ ਲਾਂਗੇ ਵਿਦ ਸਾਇੰਸ ਦੇ ਨਾਲ। ਠੀਕ ਹੈ, ਸਾਇੰਸ ਦੇ ਲੈਕਚਰ ਅੱਜ ਲਾਵਾਂਗੇ, ਅੱਡ ਲਾਇਆ ਕਰਾਂਗੇ, ਅਤੇ ਮੈਥ ਰੀਜਨ ਤੁਹਾਨੂੰ ਸਾਰਾ ਕੁਛ ਕਰਵਾਊਂਗਾ। ਅਤੇ ਇੱਕ ਨਾ ਪੁੱਛੋ ਤੁਸੀਂ ਗੱਲ ਨਹੀਂ ਸੁਣਦੇ ਹੋ, ਤੁਹਾਨੂੰ ਮੈਂ ਕਿੰਨੇ ਵਾਰੀ ਕਹਤਾ ਪੁੱਤਰੋ ਕਿ ਮੈਥ ਦੇ ਲੈਕਚਰ ਜਿਹੜੇ ਮੈंने ਕਰਵਾਏ ਹੋਏ ਆ ਉਹ ਲਾ ਲਓ, ਸਾਰੇ ਲਾ ਲਓ। ਜਿੰਨੇ ਵੀ SSC ਵਾਲੇ ਬੱਚੇ ਆ ਉਹ ਪੰਜਾਬ ਪੁਲਿਸ ਦਾ ਸਿਲੇਬਸ ਦਾ ਮੈਥ ਦੇ ਲੈਕਚਰ ਲਾ ਲੈਣ। ਸੁਣ ਗਿਆ? ਪੰਜਾਬ ਪੁਲਿਸ ਦੇ ਜਿਹੜੇ ਮੈਥ ਦੇ ਲੈਕਚਰ ਪਏ ਆ ਪਲੱਸ ਰੀਜਨਿੰਗ ਦੇ ਲੈਕਚਰ ਪਏ ਆ, ਸਾਰੇ ਬੱਚੇ ਲਾ ਲੈਣ। ਦੁਬਾਰੇ ਫੇਰ ਦੱਸਦਾ ਉਹਨਾਂ ਨੂੰ ਮੈਂ। ਠੀਕ ਹੈ ਜੀ, ਬਸ ਇਹੀ ਗੱਲ ਦੱਸਣੀ ਸੀ ਪੁੱਤਰੋ। ਅਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰ ਦਿਓ, ਸ਼ੇਅਰ ਕਰ ਦਿਓ, ਅਤੇ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ। ਠੀਕ ਹੈ ਜੀ।